आरटीआई ਜਿਹੜੇ ਐਕਟਿਵਿਸਟ ਨੇ ਇਹ ਥੋੜਾ ਲੋਕਾਂ ਨੂੰ ਬਲੈਕਮੇਲ ਕਰਦੇ ਨੇ। ਕੀ ਅਸੀਂ ਸਰਕਾਰ ਨੂੰ ਬਲੈਕਮੇਲ ਕਰ ਰਹੇ ਹਾਂ ਜਾਂ ਕੋਈ ਹੋਰ ਆਰਟੀ ਐਕਟਿਵ ਸਰਕਾਰ ਨੂੰ ਬਲੈਕਮੇਲ ਕਰ ਰਿਹਾ ਹੈ ਵੀ ਹਾਂ ਭਾਈ ਸਾਨੂੰ ਸਰਕਾਰੀ ਨੌਕਰੀ ਲਵਾ ਦਿਓ ਜਾਂ ਸਾਨੂੰ ਫਲਾਣੀ ਚੀਜ਼ ਦੇ ਦਿਓ, ਅਸੀਂ ਆਰਟੀਆਂ ਪਾਣੀਆਂ ਬੰਦ ਕਰ ਦਾਂਗੇ। ਇਹ ਬਿਲਕੁਲ ਝੂਠ ਹੈ, ਕੋਰਾ ਝੂਠ ਹੈ। ਕੱਟੜ ਇਮਾਨਦਾਰ ਸਰਕਾਰ ਉਹ ਹੈ ਜਿਹੜੀ ਆਰਟੀਆਈ ਐਕਟਿਵਿਸਟ ਨੂੰ ਪ੍ਰੋਤਸਾਹਿਤ ਕਰੇ, ਆਰਟੀ ਐਕਟਿਵਿਸਟ ਦੀ ਬਾਹ ਫੜੇ ਔਰ ਆਰਟੀ ਐਕਟਿਵਿਸਟ ਦਾ ਜਿਵੇਂ ਇਹਨਾਂ ਦਾ ਸਨਮਾਨ ਜਿਨ੍ਹਾਂ ਨੇ ਕੀਤਾ ਅੱਜ ਉਹੀ ਕਹਾਣ ਕਰ ਰਹੇ ਨੇ। ਕੋਈ ਐਸਾ ਮੱਦ ਹੈ ਜਾਂ ਐਸਾ ਆਰਟੀਕਲ ਹੈ ਜਿਹਦੇ ਤਹਿਤ ਆਪਾਂ ਉਹਨੂੰ ਚੈਲੰਜ ਕਰ ਸਕੀਏ? ਜਿੱਥੇ ਸਰਕਾਰਾਂ ਫਸਦੀਆਂ ਨੇ ਜੀ ਉੱਥੇ ਸਰਕਾਰਾਂ ਭੱਜਦੀਆਂ ਨੇ। ਇਹਨਾਂ ਨੇ ਇਹ ਮੀਡੀਆ ਐਡ ਦੇ ਰਹੇ ਨੇ, ਜਦ ਪਤਾ ਲੱਗਿਆ ਵੀ 3 ਮਹੀਨੇ 38 ਕਰੋੜ ਰੁਪਇਆ 48 ਕਰੋੜ ਰੁਪਇਆ ਖਰਚ ਪਿਆ, ਖਿਲਾਫੇ ਹੋਣ ਲੱਗ ਗਏ, ਮੁੱਦੇ ਮੂੰਹ ਡਿੱਗਣ ਲੱਗ ਗਏ ਤੇ ਮੁੜ ਕੇ ਹੁਣ ਮੀਡੀਆ ਐਡ ਦਾ ਕੋਈ ਜਵਾਬ ਹੀ ਨਹੀਂ ਸਾਡੇ ਕੋਲ। ਇੱਕੋ ਆਰਟੀ ਐਕਟਿਵਿਸਟ ਥੱਲੋਂ ਖਰਚਾ ਕਰਕੇ ਪਹਿਲਾਂ ਐਪਲੀਕੇਸ਼ਨਾਂ ਪਾਉਂਦਾ, ਫਿਰ ਅਦਾਰਿਆਂ 'ਚ ਤੁਰਦਾ ਫਿਰਦਾ, ਫਿਰ ਵੇਟ ਕਰਦਾ, ਉਸ ਤੋਂ ਬਾਅਦ ਸੈਸ਼ਨ ਕੋਰਟ 'ਚ ਜਾਂਦਾ, ਉੱਥੋਂ ਹੁਕਮ ਜਾਰੀ ਹੁੰਦਾ, ਐਸਐਸਪੀ ਜਾਏਗਾ ਤਾਂ ਉਹਨੂੰ ਸਰਕਾਰੀ ਵਕੀਲ ਹੋਏਗਾ। ਦੇਖੋ ਕੀ ਹੋਣਾ ਚਾਹੀਦਾ ਫਿਰ? ਨੂੰ ਆਪਣੀ ਜੇਬ ਤੋਂ ਖਰਚਾ ਕਰਨਾ ਚਾਹੀਦਾ। ਸਰਕਾਰ ਦਾ ਆਫਿਸ ਕੋਈ ਖਰਚਾ ਨਾ ਕਰੇ। ਦੁਨੀਆ ਦੇ ਪਾਵਰਫੁਲ ਵਿਅਕਤੀਆਂ ਸ਼ਾਮਲ ਨੇ ਤੇ ਸਿਆਸਤ ਚਰਚਾ ਦਾ ਨਾਮ ਨੇ ਕੇਜਰੀਵਾਲ ਜੀ, ਉਹਨਾਂ ਨੇ ਤੁਹਾਨੂੰ ਸਨਮਾਨਿਤ ਕੀਤਾ ਸੀ ਆਰਟੀਆਈ ਪ੍ਰਤੀ, ਉਹ ਕੀ ਸੀ ਅਸਲ? ਚੰਡੀਗੜ੍ਹ ਦੇ 1,30,000 ਵੋਟਰ ਦਾ ਨਾਮ ਵੋਟਰ ਲਿਸਟ ਦੇ ਵਿੱਚੋਂ ਕੱਟਿਆ ਗਿਆ ਸੀ। ਉਹ ਗਲਤੀ ਕੀਤੀ ਸੀਗੀ ਵੋਟਾਂ ਕੱਟਣ ਦੀ ਜੀ। ਹਾਲਟੋ ਨੂੰ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਸੀ। ਹੁਣ ਜਿਹੜਾ ਮਾਮਲਾ ਹੈ ਹਾਈ ਕੋਰਟ ਤੱਕ ਜਾਣਾ ਪਿਆ, ਇਹ ਮਾੜੀ ਗੱਲ ਹੈ। ਇੱਥੇ ਦੋਸ਼ ਕਿਹਦਾ ਹੈ? ਸਰਕਾਰ ਦਾ ਜਾਂ ਆਫਿਸਰਾਂ ਦਾ? ਸਰਕਾਰ ਦਾ ਕੁਝ ਨਹੀਂ। ਇਹ ਬਦਲਾਅ ਦੇ ਨਾਂ ਤੇ ਸਰਕਾਰ ਆਈ ਹੈ। ਜਿਹੜੇ ਹੁਣ ਪਿਛਲੇ ਦਿਨਾਂ ਤੋਂ ਮੰਤਰੀ ਫੜੇ ਗਏ, ਹੋਰ ਫੜੇ ਗਏ, ਚਾਹੇ ਪਿਛਲੇ ਕਰਨ, ਇਹ ਇੱਕਦਮ ਤਾਂ ਨਹੀਂ ਗੱਲ ਹੋਈ ਸਰ। ਰਾਘਵ ਚੱਡਾ ਜੀ ਨੂੰ ਜਿਹੜੇ ਡਾਕੂਮੈਂਟ ਦੇ ਚੇਅਰਮੈਨ ਲਗਾਇਆ ਗਿਆ ਹੈ, ਗੈਰ ਸਰਕਾਰੀ ਕਾਗਜ਼ ਤੇ ਸਰਕਾਰੀ ਅਹੁਦਾ ਸਰਕਾਰ ਨੇ ਬਣਾਇਆ ਔਰ ਨਾ ਉਹਦੀ ਅੱਜ ਤੱਕ ਅਥਾਰਟੀ ਜਵਾਬ ਹੈ, ਕੋਈ ਨੋਟੀਫਿਕੇਸ਼ਨ ਹੋਈ ਨਾ ਕੋਈ ਉਹਦੀ ਕਮੇਟੀ ਤਿਆਰ ਹੋਈ। ਫਾਈਨੈਂਸ ਮਿਨਿਸਟਰ ਸਾਡੇ ਪੰਜਾਬ ਦੇ ਬਾਰ-ਬਾਰ ਉੱਠ ਕੇ ਕਹਿੰਦੇ ਆ ਜੀ ਅਸੀਂ ਇੰਨਾ ਕਰਜ਼ਾ ਉਤਾਰਤਿਆ। ਇੰਨਾ ਕਰਜ਼ਾ 7 ਮਹੀਨੇ 'ਚ 70 ਸਾਲਾਂ 'ਚ ਕਿਸੇ ਸਰਕਾਰ ਨੇ ਲਿਆ ਜਿੰਨਾ ਇਹ ਲੈ ਗਏ 7 ਮਹੀਨੇ 'ਚ। ਤੇ ਮੈਂ ਇੱਕ ਆਰਟੀ ਫਾਈਲ ਕੀਤੀ ਜੀ। ਮੈਂ ਕਿਹਾ ਜੀ 2-3 ਕੁਐਸਚਨ ਪਾਏ। ਪਹਿਲਾ ਕੁਐਸਚਨ ਤਾਂ ਇਹ ਪਾਇਆ ਕਿ ਤੁਸੀਂ ਕਰਜ਼ਾ ਕਿੰਨਾ ਲਿਆ। ਦੂਜਾ ਕੁਐਸਚਨ ਇਹ ਪਾਇਆ ਕਿ ਤੁਸੀਂ ਕਰਜ਼ਾ ਉਤਾਰਿਆ ਕਿੰਨਾ। ਤੀਸਰਾ ਕੁਐਸਚਨ ਪਾਇਆ ਵੀ 2,63,000 ਕਰੋੜ ਦਾ ਕਰਜ਼ਾ ਸੀ ਜਦੋਂ ਸਰਕਾਰ ਬਣੀ। ਦੈਨ ਯੂ ਕਾਂਟ ਬਲੀਵ ਮੈਨੂੰ ਤਕਰੀਬਨ 3 ਮਹੀਨੇ ਹੋ ਗਏ ਹੁਣ ਤੱਕ ਉਹ ਆਰਟੀ ਦਾ ਕੋਈ ਜਵਾਬ ਨਹੀਂ ਆਇਆ। ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਲਿਬਰੇਟ। ਅੱਜ ਲਿਬਰੇਟ ਕਲਿੱਕ 'ਚ ਆਪਾਂ ਗੱਲ ਕਰਾਂਗੇ ਉਸ ਅਧਿਕਾਰ ਦੀ ਜਿਸ ਨੇ ਦੇਸ਼ ਦੇ ਵਿੱਚ ਬਹੁਤ ਸੁਧਾਰ ਵੀ ਲਿਆਂਦੇ ਤੇ ਬਹੁਤ ਸਵਾਲ ਵੀ ਖੜੇ ਕੀਤੇ, ਤੇ ਜਿਸ ਅਧਿਕਾਰ ਨੂੰ ਲੈ ਕੇ ਜਿਹੜੇ ਅਦਾਰੇ ਨੇ, ਜਿਹੜੇ ਵਿਭਾਗ ਨੇ, ਉਹ ਅਧਿਕਾਰ ਦੀ ਹੁਕਮਦੁਲੀ ਕਰਦੇ ਨਜ਼ਰ ਆਉਂਦੇ ਨੇ। ਕਿ ਬੀਤੇ ਕੱਲ੍ਹ ਇੱਕ ਮਾਮਲਾ ਸਾਹਮਣੇ ਆਇਆ ਕਿ ਜਿੱਥੇ ਅਦਾਲਤ ਨੂੰ ਦਖਲ ਦੇ ਕੇ ਕਹਿਣਾ ਪਿਆ ਸੰਬੰਧਿਤ ਵਿਭਾਗ ਦੇ ਮੁਖੀ ਨੂੰ ਕਿ ਤੁਸੀਂ ਅਦਾਲਤ ਦੀ ਹੁਕਮਦੁਲੀ ਕੀਤੀ ਹੈ, ਕਿਉਂ ਨਾ ਤੁਹਾਡੇ 'ਤੇ ਕੋਈ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਮੈਂ ਗੱਲ ਕਰ ਰਿਹਾ ਸੂਚਨਾ ਦੇ ਅਧਿਕਾਰ ਦੀ, ਜਿਸ ਨੇ ਲੋਕਾਂ ਨੂੰ, ਆਮ ਜਨਤਾ ਨੂੰ, ਆਮ ਨਾਗਰਿਕ ਨੂੰ ਇੱਕ ਬਹੁਤ ਵੱਡਾ ਹੱਕ ਦਿੱਤਾ ਹੈ, ਜਿਸ ਤੋਂ ਉਹ ਜਾਣ ਸਕਦਾ ਹੈ ਕਿ ਜਿਸ ਸਰਕਾਰ ਨੂੰ ਉਹ ਆਪਣੇ ਟੈਕਸ ਦੇ ਕੇ ਚਲਾਉਂਦੇ ਨੇ, ਉਹ ਜੋ ਸਰਕਾਰ ਉਹਨਾਂ ਲਈ ਕੰਮ ਕਰਦੀ ਹੈ, ਕਿ ਉਹ ਠੀਕ ਕਰ ਰਹੀ ਹੈ, ਕਿ ਉਹਨਾਂ ਦਾ ਪੈਸਾ ਜਾਇਜ਼ ਵਰਤਿਆ ਜਾ ਰਿਹਾ ਜਾਂ ਕਿਤੇ ਕੋਈ ਕੁਤਾਹੀ ਹੋ ਰਹੀ ਹੈ। ਇਸ ਸੰਬੰਧੀ ਜਿਹੜੀ ਅਦਾਲਤ 'ਚ ਮਾਮਲਾ ਆਇਆ ਉਸ ਸੰਬੰਧੀ ਆਪਾਂ ਜਾਣਨਾ ਚਾਹਾਂਗੇ ਕਾਨੂੰਨਦਾਨ ਤੋਂ। ਕਾਨੂੰਨਦਾਨ ਜਿਹੜੇ ਹੈਗੇ ਨੇ ਉਹ ਸਮਝਦੇ ਨੇ ਕਿਸੇ ਅਧਿਕਾਰ ਦੇ ਕੀ ਕਾਇਦੇ ਨੇ, ਕੀ ਮੱਦ ਨੇ, ਕੀ ਆਰਟੀਕਲ ਕਹਿੰਦਾ ਹੈ। ਦੂਸਰੇ ਆਰਟੀਆਈ ਐਕਟਿਵਿਸਟ ਨੇ ਜੋ ਇਸ ਅਧਿਕਾਰ ਨੂੰ ਵਰਤਦੇ ਹੋਏ ਲੋਕਾਂ ਸਾਹਮਣੇ ਵਿਭਾਗਾਂ ਦੀਆਂ ਕੁਤਾਹੀਆਂ ਸਾਹਮਣੇ ਲਿਆਉਂਦੇ ਨੇ, ਮੀਡੀਆ ਜ਼ਰੀਏ ਜਨਤਕ ਕਰਦੇ ਨੇ। ਉਹ ਸਾਡੇ ਨਾਲ ਸਟੂਡੀਓ ਸ਼ਾਮਲ ਨੇ। ਸਭ ਤੋਂ ਪਹਿਲਾਂ ਮੈਂ ਜਸਪਾਲ ਜੀ ਜੋ ਆਰਟੀਆਈ ਐਕਟਿਵਿਸਟ ਨੇ ਉਹਦਾ ਸਵਾਗਤ ਕਰਦਾ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਕਾਨੂੰਨਦਾਨ ਤੇ ਆਰਟੀ ਐਕਟਿਵਿਸਟ ਸ਼੍ਰੀ ਸਤਵੀਰ ਵਾਲੀਆ ਜੀ ਸਾਡੇ ਨਾਲ ਨੇ। ਤੁਹਾਡਾ ਸਵਾਗਤ ਹੈ ਸਰੋਤ ਪੰਜਾਬ। ਸਤਿ ਸ਼੍ਰੀ ਅਕਾਲ ਜੀ। ਵਾਲੀਆ ਸਾਹਿਬ, ਇੱਕ ਮਾਮਲਾ ਸਾਹਮਣੇ ਆਇਆ ਹੈ ਬੀਤੇ ਕੱਲ੍ਹ ਕਿ ਸੂਚਨਾ ਦੇ ਅਧਿਕਾਰ ਤਹਿਤ ਜਦੋਂ ਸੂਚਨਾ ਮੰਗੀ ਗਈ, ਇੱਕ ਖਰੜ ਦਾ ਮਾਮਲਾ, ਖਰੜ ਤੇ ਲਾਲ ਚੰਦ ਸਿੰਗਲਾ ਜੀ ਨੇ ਜਿਨ੍ਹਾਂ ਨੇ ਕੋਈ ਮਾਮਲਾ ਦਰਜ ਹੋਇਆ ਪੁਲਿਸ ਦੇ ਵਿੱਚ, ਉਹਦੇ ਸੰਬੰਧੀ ਕੋਈ ਸੂਚਨਾ ਮੰਗੀ ਸੀ, ਸੂਚਨਾ ਨਹੀਂ ਦਿੱਤੀ ਗਈ। ਉਹ ਕੌਂਸਲ 'ਚ ਜਾਂਦੇ ਨੇ, ਕੌਂਸਲ ਤੋਂ ਜਾਣ ਬਾਅਦ ਉੱਥੇ ਵੀ ਕੋਈ ਹੱਲ ਨਹੀਂ ਹੁੰਦਾ। ਫਿਰ
ਉਹਨਾਂ ਨੇ SHO ਨੂੰ SSP ਨੂੰ ਉਸ ਅਦਾਰੇ ਦੇ ਵੱਡੇ ਨੂੰ ਦਿੱਤਾ ਤੇ ਕੋਰਟ ਚਲੇ ਜਾਂਦੇ ਨੇ। ਕੋਰਟ ਕਹਿੰਦੀ ਹੈ, ਹੁਕਮ ਦਿੰਦੀ ਹੈ ਉਸ ਅਦਾਰੇ ਦੇ ਮੁਖੀ ਨੂੰ ਕਿ ਤੁਸੀਂ ਨਿਯਤ ਸਮੇਂ ਦੇ ਵਿੱਚ ਜਿਹੜੇ ਵਿਭਾਗੀ ਅਫਸਰਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਨੇ ਸੂਚਨਾ ਨਹੀਂ ਦਿੱਤੀ ਉਹਨਾਂ 'ਤੇ ਕਾਰਵਾਈ ਕਰੋ ਤੇ ਸਾਨੂੰ ਰਿਪੋਰਟ ਕਰੋ। ਉਹ ਅਧਿਕਾਰੀ ਨਹੀਂ ਮੰਨਦੇ। ਉਸ ਤੋਂ ਬਾਅਦ ਉਹ ਹਾਈ ਕੋਰਟ ਚਲੇ ਜਾਂਦੇ ਨੇ। ਹਾਈ ਕੋਰਟ ਨੇ ਹੁਣ ਉਹਨਾਂ ਨੂੰ 14 ਦਿਨਾਂ ਦੇ ਜਵਾਬ ਦੇਣ ਲਈ ਕਿਹਾ ਹੈ। ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਪਹਿਲਾਂ ਤਾਂ ਆਪਾਂ ਇਹ ਦੱਸਿਆ ਜਾਵੇ ਕਿ ਜਿਹੜੀ RTI ਹੈ ਉਹ ਕਾਨੂੰਨੀ ਤੌਰ 'ਤੇ ਕੀ ਚੀਜ਼ ਹੈ, ਕੀ ਹੱਕ ਨੇ ਇੱਕ ਆਮ ਨਾਗਰਿਕ ਦੇ, ਤੇ ਉਹਨੂੰ ਕਿਸ ਤਰ੍ਹਾਂ ਇਹ ਅਧਿਕਾਰ ਮਿਲਿਆ। ਦੇਖੋ, ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈਗਾ ਇੱਕ ਬਹੁਤ ਹੀ ਵੱਡਾ ਹਥਿਆਰ ਲੋਕਾਂ ਵਾਸਤੇ ਸਰਕਾਰ ਨੇ ਦਿੱਤਾ ਜੀ, ਔਰ ਬੜੀ ਲੰਬੀ ਲੜਾਈ ਤੋਂ ਬਾਅਦ ਦਿੱਤਾ ਜੀ। ਨੋ ਡਾਊਟ ਕਈ ਉਸ ਤੋਂ ਬਾਅਦ ਜਦੋਂ ਜਿਨ੍ਹਾਂ ਨੇ ਹੱਕ ਵਰਤਿਆ ਤੇ ਕਈ RTI ਐਕਟਿਵਿਸਟ ਜਿਹੜੇ ਹੈਗੇ ਪੂਰੇ ਦੇਸ਼ ਦੇ ਵਿੱਚ ਕਈ ਕਤਲ ਵੀ ਹੋਏ, ਕਈਆਂ ਦੇ ਝੂਠੇ ਪਰਚੇ ਵੀ ਹੋਏ ਤੇ ਕਈਆਂ ਨੂੰ ਤਸ਼ੱਦਦਾਂ ਵੀ ਝੱਲਣੀਆਂ ਪਈਆਂ ਜੀ। ਪਰ ਇਹ ਹੱਕ ਨੇ ਲੋਕਾਂ 'ਚ ਇੱਕ ਨਵੀਂ ਜਾਗਰੂਕਤਾ, ਨਵੀਂ ਚੀਜ਼ ਲੈ ਕੇ ਆਂਦੀ ਤਾਂ ਕਿ ਸਰਕਾਰਾਂ 'ਚ ਵੀ ਡਰ ਪੈਦਾ ਕੀਤਾ। ਪਰ ਹੁਣ ਹੋ ਕੀ ਰਿਹਾ ਹੈ? ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ। ਪੰਜਾਬ ਸਰਕਾਰ ਦੇ ਮੁਖੀਆ ਜੇ ਆਪਾਂ ਕਹੀਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ, ਜਿਹੜਾ ਕਿ ਇੱਕ ਮੈਗਸੈਸੇ ਅਵਾਰਡ RTI ਨੂੰ ਲੈ ਕੇ RTI ਨੂੰ ਜਿਹੜਾ ਅਧਿਕਾਰ, ਉਹ ਕਹਿੰਦੇ ਹੁੰਦੇ ਸੀਗੇ ਵੀ ਲੋਕਾਂ ਦਾ ਅਸਲ ਅਧਿਕਾਰ RTI ਹੈ ਜਿਹਦੇ ਨਾਲ ਸਰਕਾਰਾਂ ਨੂੰ ਘੇਰ ਸਕਦੇ ਆ। ਤੇ ਅਨਫੋਰਚੂਨੇਟਲੀ ਜਿਹੜੇ ਤੁਸੀਂ ਇਨਸੀਡੈਂਟ ਦੱਸਿਆ, ਬੜਾ ਦੁੱਖ ਦੀ ਗੱਲ ਹੈ ਕਿ ਉਹੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਦੇ ਜਿਹੜਾ ਹੈਗਾ ਉਹ ਬੰਦੇ ਨੂੰ ਹਾਈ ਕੋਰਟ ਤੱਕ ਜਾ ਕੇ ਆਪਣੀ RTI ਦੀ ਇਨਫੋਰਮੇਸ਼ਨ ਲੈਣ ਵਾਸਤੇ ਲੜਾਈ ਲੜਨੀ ਪਈ ਜੀ। ਤੇ ਬੜਾ ਮੰਦਭਾਗਾ ਵੀ ਹੈਗਾ ਇਹ। ਤੇ ਇਹ ਨੰਬਰ ਆਫ ਜਿਹੜੀ ਸਪੋਜ਼ ਗਰੁੱਪ RTI ਫਾਈਲ ਕਰਦੇ ਆ ਜੀ, ਉਹ 30 ਦਿਨ ਦੇ ਅੰਦਰ ਅੰਦਰ ਜਵਾਬ ਦੇਣਾ ਹੁੰਦਾ ਹੈ ਜੀ। ਪਹਿਲਾਂ ਤਾਂ RTI ਦਾ ਜਵਾਬ ਦੇਣਾ ਕਿਉਂ ਜ਼ਰੂਰੀ ਹੈ ਸਰਕਾਰ ਵਾਸਤੇ? ਜਿੱਥੇ ਪਬਲਿਕ ਮਨੀ ਇਨਵੋਲਵ ਹੈ, ਲੋਕਾਂ ਦੀ ਪਬਲਿਕ ਵੈਲਫੇਅਰ ਇਨਵੋਲਵ ਹੈ, ਕਿਉਂਕਿ ਲੋਕਾਂ ਦੇ ਪੈਸੇ ਜਿਹੜਾ ਹੈਗਾ ਉਹਦੇ ਸਰਕਾਰ ਚੱਲਦੀ ਹੈ ਤੇ ਸਰਕਾਰ ਬਣਦੀ ਵੀ ਇਹ ਕਹਿ ਕੇ ਹੈ ਵੀ ਅਸੀਂ ਪਬਲਿਕ ਵੈਲਫੇਅਰ ਵਾਸਤੇ ਤੇ ਕੰਮ ਕਰਾਂਗੇ, ਪਬਲਿਕ ਵੈਲਫੇਅਰ ਵਾਸਤੇ ਆਵਾਂਗੇ ਤੇ ਸਾਨੂੰ ਤੋਂ ਚੁਣ ਕੇ ਭੇਜੋ ਜੀ। ਪਰ ਜਦ ਪਬਲਿਕ ਪੁੱਛਣਾ ਚਾਹੁੰਦੀ ਹੋਵੇ ਕਿ ਦੱਸੋ ਜੀ ਸਾਡੀ ਵੈਲਫੇਅਰ ਤੁਸੀਂ ਕਿੰਨਾ ਖਰਚਾ ਕੀਤਾ, ਤੁਸੀਂ ਕੀ ਕੰਮ ਕੀਤੇ, ਤੁਸੀਂ ਕੋਈ ਟੈਂਡਰ 'ਚ ਘਪਲਾ ਤਾਂ ਨਹੀਂ ਕੀਤਾ, ਉਹਨੂੰ ਕਿਤੇ ਸ਼ੱਕ ਹੁੰਦਾ ਤੇ ਉਹ ਜਦ ਪੁੱਛਦੀ ਹੈ ਤਾਂ ਫਿਰ ਇਹ ਭੱਜਦੇ ਨੇ। ਤੇ ਫਿਰ ਜੇ RTI ਫਾਈਲ ਕਰਦੇ ਆ 30 ਦਿਨਾਂ ਤੱਕ ਜਵਾਬ ਨਹੀਂ ਆਉਂਦੇ। ਉਹ ਤੋਂ ਬਾਅਦ ਅਸੀਂ ਫਸਟ ਅਪੀਲ ਫਾਈਲ ਕਰਦੇ ਹਾਂ, ਸੈਕੰਡ ਅਪੀਲ ਕਮਿਸ਼ਨਰ ਦੇ ਫਾਈਲ ਕਰ ਦਿੰਦੇ ਹਾਂ, ਜਿਵੇਂ ਇਸ ਕੇਸ 'ਚ ਵੀ ਹੋਇਆ ਕਿਉਂਕਿ ਕਮਿਸ਼ਨਰ ਦਾ ਵੀ ਕੋਈ ਜਵਾਬ ਨਹੀਂ ਆਇਆ ਹੋਣਾ ਜੀ। ਉਹ ਤੋਂ ਬਾਅਦ ਫਿਰ ਆਨਰੇਬਲ ਹਾਈ ਕੋਰਟ ਗਿਆ ਤੇ ਆਨਰੇਬਲ ਹਾਈ ਕੋਰਟ ਨੇ ਇਹਨੂੰ ਕਿਹਾ ਜਾ ਕੇ, ਕਿਉਂਕਿ ਕੇਸ ਤਾਂ ਮੈਨੂੰ ਡਿਟੇਲ ਪਤਾ ਨਹੀਂ ਹੈਗਾ, ਤੁਹਾਡੇ ਤੋਂ ਉਹਨੂੰ ਪਤਾ ਲੱਗਿਆ ਵੀ ਉਹ ਹਾਈ ਕੋਰਟ ਗਿਆ। ਹਾਈ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਵੀ ਜਵਾਬ ਦਿਓ, 14 ਦਿਨ ਨਹੀਂ ਕਾਰਵਾਈ ਕਰਾਂਗੇ ਕਿਉਂਕਿ BS ਵਾਲੀਆ ਸਾਹਿਬ ਨੇ, ਕਿਉਂਕਿ ਨਾ ਪ੍ਰੋਵੀਜ਼ਨਸ ਹੁੰਦੀਆਂ RTI ਐਕਟ 'ਚ ਵੀ ਜੀ। ਮਾਰ ਕਿੱਥੇ ਖਾਣੇ ਜਿੱਥੋਂ ਸਰਕਾਰ ਨੂੰ ਹੁੰਦਾ ਕਿ ਸਾਡਾ ਵੱਡਾ ਘੁਟਾਲਾ ਹੈ, ਵੱਡਾ ਘਪਲਾ ਫੜਿਆ ਜਾਣਾ ਜਾਂ ਵੱਡਾ ਨੁਕਸਾਨ ਸਾਡਾ ਜਿਹੜਾ ਲੋਕਾਂ ਨੂੰ ਦਿੱਤਾ ਹੋਇਆ ਉਹ ਫੜਿਆ ਜਾਣਾ। ਕਿਉਂਕਿ ਥੱਲੇ ਤੋਂ ਲੈ ਕੇ PIO ਤੋਂ ਲੈ ਕੇ ਉੱਪਰ ਜਿਹੜੀਆਂ ਕਮਿਸ਼ਨ ਹੈਗੀ RTI ਕਮਿਸ਼ਨਰ ਤੱਕ ਹੈਗੇ ਨੇ, ਸਾਰੇ ਸਰਕਾਰੀ ਨੁਮਾਇੰਦੇ ਨੇ, ਸਰਕਾਰ ਦੁਆਰਾ ਚੁਣੇ ਹੋਏ ਨੇ ਤੇ ਆਪਣੀ ਸਰਕਾਰ ਨੂੰ ਬਚਾਉਣ ਵਾਸਤੇ ਇਹ ਬਾਰ-ਬਾਰ ਜਿਹੜਾ ਹੈਗਾ ਇਸ ਐਕਟ ਦਾ ਉਲੰਘਣਾ ਕਰਨੇ ਨੇ ਤੇ ਲੋਕਾਂ ਦੇ ਅਗੇਂਸਟ ਜਦ ਲੋਕਾਂ ਵਾਸਤੇ RTI ਬਣਦੀ ਆ, ਆਪਣੇ ਵਾਸਤੇ RTI ਬਣਦੀ ਵੀ ਦੱਸੋ ਸਾਡੇ ਨਾਲ ਇਹ ਕੀ ਕੀਤਾ ਤੁਸੀਂ ਸਰਕਾਰ ਨੂੰ, ਤਾਂ ਸਰਕਾਰ ਉਹ ਚੀਜ਼ੋਂ ਭੱਜਣ ਵਾਸਤੇ ਸਾਰੇ ਕਰਦੀ ਹੈ। ਪਰ ਮੈਂ ਬੜਾ ਧੰਨਵਾਦੀ ਹਾਂ ਆਨਰੇਬਲ ਹਾਈ ਕੋਰਟ ਦਾ ਕਿ ਉਹਨਾਂ ਨੇ ਕਿਹਾ, ਡਾਇਰੈਕਸ਼ਨਸ ਦਿੱਤੀਆਂ ਕਿ ਤੁਸੀਂ 14 ਦਿਨ 'ਚ ਰਿਪਲਾਈ ਦਿਓ, ਕਿਉਂਕਿ ਇਸ 'ਚ ਪੈਨਲਟੀ ਕਲੌਜ਼ ਵੀ ਹੈ ਜੀ। ਇਸ 'ਚ ਤੁਸੀਂ ਜਿਹੜਾ ਕੋਈ ਫਸਟ ਤੁਸੀਂ RTI ਜਿਹਦੇ ਕੋਲ ਫਾਈਲ ਕੀਤੀ ਜੋ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰਦਾ ਤਾਂ ਉਹਨੂੰ ਪਰ ਡੇ ਦੇ ਹਿਸਾਬ ਨਾਲ ਪੈਨਲਟੀ ਕਲੌਜ਼ ਵੀ ਹੈ ਤੇ ਉਹ ਪੈਨਲਟੀ ਵੀ ਲੱਗ ਸਕਦੀ ਹੈ। ਮੈਂ ਤਾਂ ਕਹਿੰਦਾ ਉਲਟਾ ਆਨਰੇਬਲ ਹਾਈ ਕੋਰਟ ਨੂੰ ਪੈਨਲਟੀ ਵੀ ਲਾਣੀ ਚਾਹੀਦੀ ਹੈ ਜੇ ਇਨਫੋਰਮੇਸ਼ਨ ਪ੍ਰੋਵਾਈਡ ਕਰ ਵੀ ਦੇਣ ਤਾਂ ਪੈਨਲਟੀ ਇੰਪੋਜ਼ ਕਰਨੀ ਚਾਹੀਦੀ ਹੈ ਤਾਂ ਕਿ ਬਾਕੀਆਂ ਨੂੰ ਇਸ ਚੀਜ਼ ਦੀ ਨਸੀਹਤ ਜਾਵੇ। ਹਾਂ, ਜਸਪਾਲ ਜੀ ਤੁਸੀਂ ਦੱਸੋ, ਤੁਸੀਂ RTI ਦੇ ਐਕਟਿਵਿਸਟ ਤੌਰ ਤੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋ ਤੇ ਕੀ ਮੁਸ਼ਕਲਾਂ ਆਉਂਦੀਆਂ ਨੇ RTI ਦੇ ਵਿੱਚ? ਮੁਸ਼ਕਲਾਂ ਦਾ ਜਿੱਥੇ ਤੱਕ ਸਰੋਕਾਰ ਹੈ, ਮੁਸ਼ਕਲਾਂ ਤਾਂ ਪਹਿਲੇ ਦਿਨ ਹੀ ਜਦੋਂ ਆਪਾਂ ਜਿਵੇਂ ਤੁਹਾਡੇ ਸਾਹਮਣੇ ਕੇਸ ਰੱਖਿਆ ਇਹ, ਮੈਂ ਜਿਵੇਂ ਜਦੋਂ ਆਪਾਂ RTI ਦੀ ਐਪਲੀਕੇਸ਼ਨ ਲੈ ਕੇ ਜਾਂਦੇ ਆ ਜੀ, ਉਸੇ ਵਕਤ ਜਿਹੜੇ ਦਫ਼ਤਰ ਦੇ ਹਰ ਬੰਦੇ ਦੀ ਨਜ਼ਰ ਹੁੰਦੀ ਹੈ ਕਿ ਕੋਈ ਖਤਰਨਾਕ ਬੰਦਾ ਆ ਗਿਆ ਜੀ। ਇਹ ਇਦਾਂ ਦੀ ਸੋਚ ਹੁੰਦੀ ਉਹਨਾਂ ਦੀ। ਉਹਨੂੰ ਇਹ ਨਹੀਂ ਸਮਝਦੇ ਕਿ ਸਾਡਾ ਦੋਸਤ ਹੈ, ਉਹ ਇਹ ਨਹੀਂ ਸਮਝਦੇ ਸਾਡਾ ਸਹਿਯੋਗੀ ਹੈ। ਮੈਂ ਤੁਹਾਨੂੰ ਇੱਕ ਆਪਣੇ ਨਾਲ ਬੀਤੀ ਇੱਕ ਛੋਟੀ ਜਿਹੀ ਗੱਲ ਦੱਸਦਾ ਜੀ। ਇੱਕ ਦਫ਼ਤਰ ਦੇ ਵਿੱਚ ਸਿਰਫ 2 ਲਾਈਨਾਂ ਦੀ RTI ਲਗਾਈ ਸੀਗੀ ਮੈਂ ਕਿ ਪਾਕਿਸਤਾਨ ਤੋਂ ਹਰਿਆਣਾ ਦੇ ਵਿੱਚ ਪਹੁੰਚਣ ਵਾਲੇ ਮਾਈਗ੍ਰੈਂਟਸ ਨੂੰ ਤੁਸੀਂ ਕਿੱਥੇ ਰੀਹੈਬਿਲਿਟੇਟ ਕੀਤਾ, ਪੁਨਰਵਾਸਿਤ ਕੀਤਾ, ਉਹਦੀ ਜਾਣਕਾਰੀ ਦਿਓ। ਉਸ ਵਕਤ ਮੇਰੇ ਕੋਲ ਗੱਲ ਆਈ ਕਿ ਇਹਦੇ ਵਿੱਚ 1,65,700 ਪੇਜ ਹੈ
ਔਰ 10 ਰੁਪਏ ਪੇਜ ਦੇ ਹਿਸਾਬ ਨਾਲ ਤੁਸੀਂ ਜਿੰਨੀ ਦੀ ਪੇਮੈਂਟ ਜਮ੍ਹਾਂ ਕਰਾਓ, ਇਨਫੋਰਮੇਸ਼ਨ ਲੈ ਲਓ। ਮੈਂ ਉਹਨਾਂ ਦੇ ਕੋਲ ਗਿਆ ਜੀ, 16,57,000 ਰੁਪਏ ਦਾ ਇਹ ਚੈੱਕ ਹੈ ਔਰ ਇਹ ਲਓ, ਜਦੋਂ ਇਹ ਕੈਸ਼ ਹੋ ਜਾਵੇ ਉਦੋਂ ਤੁਸੀਂ ਮੈਨੂੰ ਜਾਣਕਾਰੀ ਦੇ ਦਿਓ ਜੀ। ਉਸ ਦਫ਼ਤਰ ਦੇ ਡਾਇਰੈਕਟਰ ਰੀਹੈਬਿਲਿਟੇਸ਼ਨ ਐਟਸੈਕਟਰਾ, ਉਹਨਾਂ ਦੇ ਜਿਹੜੇ ਆਫੀਸਰ ਹੈ ਮੇਰੇ ਅੱਗੇ ਆਪਣੀ ਪਰੇਸ਼ਾਨੀਆਂ ਦੱਸਣ ਲੱਗੇ ਜੀ ਕਿ ਦੇਖੋ ਇਹ ਜਦੋਂ ਤੋਂ ਇਹ ਚੰਡੀਗੜ੍ਹ ਵਸਿਆ ਉਦੋਂ ਤੋਂ ਸਾਡੀਆਂ ਪੰਡਾਂ ਕਾਗਜ਼ਾਂ ਦੀ ਉੱਪਰ ਰੱਖੀ ਪਈਆਂ, ਪਟਵਾਰੀਆਂ ਦੇ ਵੱਡੇ ਵੱਡੇ ਰਜਿਸਟਰ ਹੈ, ਕਿੱਦਾਂ ਦਈਏ। ਚਲੋ ਕਹਿਣ ਦਾ ਮਤਲਬ ਆਪਦੀ ਉਹ ਕਹਿੰਦੇ ਮੰਨ ਲਓ ਉਹਨਾਂ ਨੇ 16,57,000 ਅਸੀਂ ਦੇ ਰਹੇ, ਫਿਰ ਵੀ ਡਰਾਮੇਬਾਜ਼ੀ ਕੀਤੀ। ਯਾਨੀ ਇਹ 16,000 ਜਿਹੜੀ ਰਕਮ ਦਿੱਤੀ ਸੀ ਵੱਡੀ, ਇਹਦਾ ਮਤਲਬ ਇਹ ਸੀ ਇਹ ਰੋਕਣ ਦਾ ਇੱਕ ਜ਼ਰੀਆ ਸੀ, ਉਹ ਬਹਾਨਾ ਸੀਗਾ ਕਿ ਇਹਨਾਂ ਨੇ ਕਿਹੜਾ ਦੇਣਾ, ਉਹਨਾਂ ਦਾ ਇੱਕ ਬਹਾਨਾ ਸੀਗਾ। ਇਸ ਤੋਂ ਇਲਾਵਾ ਹੋਰ ਵੀ ਜਦੋਂ ਆਪਾਂ ਐਪਲੀਕੇਸ਼ਨ ਲੈ ਕੇ ਜਾਂਦੇ ਆ, ਕਾਨੂੰਨ ਦੇ ਮੁਤਾਬਕ ਤਾਂ ਜੋ ਵਕੀਲ ਸਾਹਿਬ ਨੇ ਦੱਸਿਆ ਕਿ 30 ਦਿਨ ਦੀ ਗੱਲ, 30 ਦਿਨ ਤਾਂ ਬਹੁਤ ਦੂਰ ਦੀ ਗੱਲ ਹੈ। ਅੰਡਰ ਸੈਕਸ਼ਨ 5(4)63 ਆਫ RTI ਐਕਟ 2005, 5 ਦਿਨਾਂ ਦੇ ਵਿੱਚ ਜੇ ਅਸੀਂ ਕਿਤੇ ਗਲਤ ਜਗ੍ਹਾ RTI ਲਗਾ ਵੀ ਦਿੱਤੀ ਤਾਂ ਉਹ ਕੰਸਰਨਡ ਨੂੰ ਭੇਜਣਾ ਉਸ ਇਨਫੋਰਮੇਸ਼ਨ ਆਫੀਸਰ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਜਿਹਦੇ ਕੋਲ ਅਸੀਂ ਉਹ ਭੇਜਣਗੇ ਉਹਨੂੰ ਡੀਮਡ CPIO, ਡੀਮਡ SPIO ਮੰਨਿਆ ਜਾਏਗਾ ਜੀ। ਟ੍ਰਾਂਸਫਰ ਕੀਤੀ ਜਾਂਦੀ ਹੈ ਐਪਲੀਕੇਸ਼ਨ। ਔਰ ਜੋ ਮਤਲਬ ਕਿ ਜੋ ਜਨਾਬ ਨੇ ਗੱਲ ਕੀਤੀ ਕਿ ਇਹਦੇ ਜੁਰਮਾਨਾ 250 ਰੁਪਏ ਰੋਜ਼ ਦਾ ਜੁਰਮਾਨਾ, ਇਸ ਦੇ ਨਾਲ ਨਾਲ ਪ੍ਰੋਵੀਜ਼ਨ ਤਾਂ ਇਹ ਵੀ ਹੈ ਕਿ ਜੇ RTI ਐਕਟਿਵਿਸਟ ਨੂੰ ਪਰੇਸ਼ਾਨ ਕੀਤਾ ਗਿਆ ਨਜਾਇਜ਼ ਤੌਰ ਤੇ ਤਾਂ ਉਸ ਨੂੰ ਕੰਪਨਸੇਸ਼ਨ ਵੀ ਦੇਣਾ ਬਣਦਾ ਹੈ, ਮੁਆਵਜ਼ਾ ਬਣਨਾ ਬਣਦਾ। ਇੱਕ ਮਾਮਲੇ ਦੇ ਵਿੱਚ 115 ਲੱਖ ਰੁਪਏ ਦਾ ਕੰਪਨਸੇਸ਼ਨ ਗ੍ਰਾਂਟ ਕੀਤਾ ਗਿਆ ਸੀਗਾ। ਚਲੋ ਇਹ ਤਾਂ ਗੱਲ ਹੋਈ। ਮੈਂ ਜਾਣਨਾ ਚਾਹੁੰਦਾ ਦਰਸ਼ਕਾਂ ਨੂੰ ਇਹ ਜਾਣਕਾਰੀ ਮਿਲੇ ਵੀ ਕਿਹੜੇ ਕਿਹੜੇ ਉਹ ਬਹਾਨੇ ਨੇ, ਕਿਹੜੇ ਕਿਹੜੇ ਉਹ ਤਰੀਕੇ ਨੇ ਜਿਹੜੇ ਇਹ ਸੂਚਨਾ ਦੇਣ ਵਾਸਤੇ ਬਿਠਾਏ ਹੋਏ ਅਫਸਰ ਨੇ ਹਰ ਵਿਭਾਗ ਵਿੱਚ ਨੇ, ਉਹ ਕਿਹੜੇ ਕਿਹੜੇ ਬਹਾਨੇ ਵਰਤਦੇ ਨੇ, ਉਹ ਦਰਸ਼ਕਾਂ ਨਾਲ ਸਾਂਝੇ ਕਰੋ। ਜਿਸ ਕਰਕੇ ਸਭ ਤੋਂ ਪਹਿਲੇ ਤਾਂ ਐਪਲੀਕੇਸ਼ਨ ਲੰਦਿਆ ਹੋਈ ਜੀ। ਪਹਿਲੇ ਤਾਂ ਇਹ ਸੀਗਾ ਕਿ ਅਸੀਂ ਜਿੱਦਾਂ ਚੰਡੀਗੜ੍ਹ ਦੇ ਵਿੱਚ ਹੈ ਜੀ, ਕਿਤੇ ਵੀ ਸੰਪਰਕ ਸੈਂਟਰ ਤੇ ਐਪਲੀਕੇਸ਼ਨ ਦੇ ਦਿੰਦੇ ਸੀਗੇ, ਉਹ ਬੰਦ ਕਰਤੀ। ਅੱਛਾ। ਔਰ ਹੁਣ ਆਨਲਾਈਨ ਲੈਣ ਦੀ ਗੱਲ ਆਈ। RTI ਦੇ ਵਿੱਚ ਪ੍ਰੋਵੀਜ਼ਨ ਤਾਂ ਇਹ ਹੈ ਕਿ ਜੇ ਮੈਂ RTI ਦੀ ਐਪਲੀਕੇਸ਼ਨ ਦੇਣ ਵਾਲਾ ਅਨਪੜ੍ਹ ਆ ਜੀ ਤਾਂ ਮੇਰੀ ਐਪਲੀਕੇਸ਼ਨ ਲਿਖਣ ਦੀ ਜ਼ਿੰਮੇਵਾਰੀ ਵੀ ਸੈਂਟਰਲ ਪਬਲਿਕ ਇਨਫੋਰਮੇਸ਼ਨ ਆਫੀਸਰ ਜਾਂ ਸਟੇਟ ਪਬਲਿਕ ਇਨਫੋਰਮੇਸ਼ਨ ਆਫੀਸਰ ਦੀ ਬਣਦੀ ਹੈ। ਔਰ ਲੇਕਿਨ ਇੱਥੇ ਤਾਂ ਜਿਹੜੀ ਤਰ੍ਹਾਂ ਜੇ ਮੈਂ ਪੜ੍ਹਿਆ ਲਿਖਿਆ ਤਾਂ ਵੀ ਲੈ ਕੇ ਜਾਂਦਾ ਤਾਂ ਵੀ ਨਹੀਂ ਲੈਂਦੇ। ਇਹ ਤਾਂ ਤੁਸੀਂ ਜੀ ਜਿਹੜਾ ਪੋਸਟਲ ਆਰਡਰ ਠੀਕ ਨਹੀਂ ਭਰਿਆ, ਇਹ ਕੈਸ਼ ਜਮ੍ਹਾਂ ਕਰਾਓ, ਇੱਥੇ ਨਹੀਂ ਉੱਥੇ ਜਮ੍ਹਾਂ ਕਰਾਓ ਵਗੈਰਾ ਵਗੈਰਾ, ਔਰ ਫਿਰ ਡਰਾਉਂਦੇ ਵੀ ਹੈ। ਚਲੋ ਕਈ ਗੱਲਾਂ ਇੱਕ ਸਾਹਮਣੇ ਆਉਂਦੀਆਂ ਨੇ ਜਿਹੜੇ ਮੈਂ ਪਤਾ ਲੱਗਿਆ ਸੀ, ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਉਹ ਇਹ ਆ ਰਹੀਆਂ ਸੀ, ਉਹ ਕਹਿੰਦੇ ਵੀ RTI ਜਿਹੜੇ ਐਕਟਿਵਿਸਟ ਨੇ ਇਹ ਥੋੜਾ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਜਾਂ ਇਹਦਾ ਮਿਸਯੂਜ਼ ਕਰਦੇ ਨੇ ਜਾਂ ਦੁਰਉਪਯੋਗ ਕਰਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ। ਮੈਂ ਸਿੰਪਲ ਜਿਹਾ ਇੱਕ ਗੱਲ ਪੁੱਛਦਾ ਕਿ ਇਹਦਾ ਇਨਫੋਰਮੇਸ਼ਨ ਦਾ ਕਿਹੜੀ ਇਨਫੋਰਮੇਸ਼ਨ ਦਾ ਮਿਸਯੂਜ਼ ਹੋ ਸਕਦਾ? ਜੇ ਕਿਸੇ ਆਫੀਸਰ ਨੇ ਗਲਤ ਕੰਮ ਕੀਤਾ ਹੋਵੇਗਾ ਡਰ ਉਸ ਨੂੰ ਹੋਏਗਾ, ਇਮਾਨਦਾਰ ਬੰਦਿਆਂ ਨੂੰ ਕਾਹਦਾ ਡਰ? ਉਹ ਤਾਂ ਕਹਿਣ ਚੱਕੋ ਜੀ ਮੇਰੇ ਬਾਰੇ ਲਓ, ਕਿਸ ਤਰ੍ਹਾਂ ਦੀ ਜਾਣਕਾਰੀ ਲੈਣੀ, 5 ਮਿੰਟਾਂ ਦੇ ਵਿੱਚ ਜਾਣਕਾਰੀ ਦੇਵਾਂਗਾ, ਬਿਨਾਂ ਐਪਲੀਕੇਸ਼ਨ ਤੋਂ ਜਾਣਕਾਰੀ ਦੇ ਦਾਂਗਾ। ਚਲੋ ਯਾਨੀ ਕਿ ਇਹ ਗੱਲਾਂ ਹੁੰਦੀਆਂ ਨੇ, ਜਿਵੇਂ ਵਕੀਲ ਸਾਹਿਬ ਨੇ ਦੱਸਿਆ ਸੀ ਕਿ ਪੂਰੇ ਦੇਸ਼ ਦੇ ਵਿੱਚ ਕਈ ਜਗ੍ਹਾ ਮਰਡਰ ਵੀ ਹੋਏ ਨੇ। ਜਦੋਂ ਸੂਚਨਾ ਮੰਗਦੇ ਨੇ ਤਾਂ ਬਹੁਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਤੁਹਾਨੂੰ ਕੋਈ ਐਸੀ ਕੋਈ ਖਾਸ ਘਟਨਾ ਹੈ ਜੇ ਕੋਈ ਐਸੀ ਵਾਪਰੀ ਜਿਵੇਂ ਤੁਸੀਂ ਪਹਿਲਾਂ ਦੱਸੀ ਹੈ, ਕਿਵੇਂ ਤੁਹਾਨੂੰ ਸਾਹਮਣਾ ਕਰਨਾ ਪਿਆ? ਇੱਕ ਕਿਰਦਾਰ ਕੁਸ਼ੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਤੁਸੀਂ ਬਲੈਕਮੇਲ ਕਰੋਗੇ। ਇਹ ਐਜੰਪਸ਼ਨ ਐਂਡ ਪ੍ਰਜੰਪਸ਼ਨ ਹੈ, ਵੈਵੇਂ ਜਿਹੜੇ ਬਹਾਨੇਬਾਜ਼ੀਆਂ। ਇਮਾਨਦਾਰ ਆਦਮੀ ਨੂੰ ਕੋਈ ਵੀ ਕਿਸੇ ਵੀ ਸੂਰਤ-ਏ-ਹਾਲ ਦੇ ਵਿੱਚ ਬਲੈਕਮੇਲ ਨਹੀਂ ਕਰ ਸਕਦਾ। ਚਲੋ ਹਾਂ, ਵਕੀਲ ਸਾਹਿਬ ਉਹਨਾਂ ਦਾ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਨਵੇਂ ਤਰੀਕੇ ਦੇ ਹਿਸਾਬ ਨਾਲ ਜਿਵੇਂ ਆਪਾਂ ਗੱਲ ਕਰੀਏ ਪੋਲੀਟੀਕਲ ਪਾਰਟੀਆਂ ਦੇ ਫੰਡਿੰਗ ਇਹ 'ਚ ਹੈ ਨਹੀਂ ਗੀ, ਹੋਰ ਬਹੁਤ ਚੀਜ਼ਾਂ ਹੈ ਨਹੀਂ ਗੀ, ਜਾਂ ਇੱਕ ਸੁਰੱਖਿਆ ਨਾਲ ਜੁੜੇ ਹੋਏ ਮਾਮਲੇ ਨੇ, ਮੈਨੂੰ ਲੱਗਦਾ ਕਿ ਉਹ ਵੀ ਇਹਦੇ 'ਚ ਸੂਚਨਾ 'ਚ ਨਹੀਂ ਹੈ। ਇਹ ਫਿਰ ਆਪਣੀ ਜਿਹੜੀ ਇਨਸਾਫ ਪ੍ਰਕਿਰਿਆ ਉਹ ਵੀ ਲੰਬੀ ਹੈ, ਇਹ ਪ੍ਰਕਿਰਿਆ ਲੰਬੀ ਕਰਕੇ ਸੂਚਨਾ ਨਹੀਂ ਦੇਣਾ ਚਾਹੁੰਦੇ ਆਪਦੇ ਉਹ ਗੱਲਾਂ ਰੋਕਣ ਵਾਸਤੇ, ਕਿਉਂ ਅੱਜ ਕੱਲ੍ਹ ਬਹੁਤ ਮਾਮਲੇ ਵੀ ਚੱਲ ਰਹੇ ਨੇ। ਤੁਹਾਡੇ ਕੋਲ ਕੋਈ ਐਸੇ ਮਾਮਲੇ, ਤੁਸੀਂ ਵੀ RTI ਦੇ ਵਿੱਚ ਥੋੜਾ ਐਕਟਿਵ ਹੋ? ਦੇਖੋ ਜੀ, ਮੇਰੇ ਤੇ ਤਾਂ ਹੁਣ ਪੰਜਾਬ ਸਰਕਾਰ ਚਾਹੇ ਮਾਣਿਕ ਗੋਇਲ ਹੋ ਗਿਆ ਤੇ ਜੇ ਮੈਂ ਹੋ ਗਿਆ, ਸਾਡੇ ਤੇ ਤਾਂ ਪੰਜਾਬ ਸਰਕਾਰ ਹੁਣ ਡਰਦੀ ਹੈ ਜੀ। ਸਾਡੀਆਂ ਜੇ 50 RTIਆਂ ਪਾਈਆਂ ਹੋਈਆਂ ਨੇ ਤੇ ਮੁਸ਼ਕਿਲ 20 ਦੇ ਜਵਾਬ ਵੀ ਨਹੀਂ ਆਉਂਦੇ ਹੈਗੇ।
ਜੀ। ਤੇ ਈਵਨ ਕਿ ਮੇਰੇ ਕੋਲ ਇੱਕ ਆਰਟੀ ਹੈਗੀ ਹੈ, ਤੁਹਾਨੂੰ ਯਾਦ ਹੋਣਾ ਅੱਧ ਵਿੱਚ ਅੱਧੀ ਆਈ ਹੈ ਇਹ ਜੀ। ਵੀ ਜਿਹੜਾ 13 ਮਾਰਚ ਨੂੰ ਵਿਜੇ ਰੈਲੀ ਕੱਢੀ ਸੀ ਅੰਮ੍ਰਿਤਸਰ 'ਚ ਜੀ। ਆਮ ਆਦਮੀ ਪਾਰਟੀ ਦਾ ਖਰਚਾ ਸਰਕਾਰੀ ਹੋਇਆ ਸੀਗਾ ਜੀ। ਉਹ ਮਾਣੀ ਗੋਇਲ ਨੇ ਪਾਈ ਸੀਗੀ, ਮੈਂ ਹੀ ਪਾਈ ਸੀਗੀ ਜੀ। ਤੇ ਉਸ ਆਰਟੀਆਈ ਦਾ ਮੇਰੇ ਕੋਲ ਸਿਰਫ ਔਰ ਸਿਰਫ ਜਿਹੜਾ ਸੈਂਟਰਲ ਆਫਿਸ ਹੈ ਇੱਥੋਂ ਫਾਈਨੈਂਸ ਡਿਪਾਰਟਮੈਂਟ ਕਿਸੇ ਤੋਂ ਕੋਈ ਜਵਾਬ ਨਹੀਂ ਆਇਆ ਜੀ। ਈਵਨ ਅਪੀਲ ਫਾਈਲ ਕਰਤੀ ਉਹਦਾ ਵੀ ਕੋਈ ਜਵਾਬ ਨਹੀਂ ਆਇਆ, ਕੋਈ ਲੈਟਰ ਤੱਕ ਨਹੀਂ ਆਇਆ ਵੀ ਤੁਹਾਡੀ ਆਹ ਤਰੀਕ ਅੱਜ ਦੀ। ਅੱਛਾ, ਮੈਂ ਥੋੜਾ ਜਿਹਾ ਤੁਹਾਨੂੰ ਰੋਕਣਾ ਚਾਹੂੰਗਾ ਇੱਥੇ। ਇਹ ਜਦੋਂ ਕੋਈ ਜਵਾਬ ਨਹੀਂ ਦਿੰਦੇ, ਕੋਈ ਐਸਾ ਇਹ ਜਦੋਂ ਐਕਟ ਬਣਿਆ ਉਹ 'ਚ ਕੋਈ ਐਸਾ ਮੱਦ ਹੈ ਜਾਂ ਐਸਾ ਆਰਟੀਕਲ ਹੈ ਜਿਸ ਦੇ ਤਹਿਤ ਆਪਾਂ ਉਹਨੂੰ ਚੈਲੰਜ ਕਰ ਸਕੀਏ ਜਾਂ ਉਹਨੂੰ ਕੋਈ ਪੈਨਲਟੀ ਲੱਗਦੀ ਹੋਵੇ, ਕੋਈ ਬਿਨਾਂ ਦੱਸੀ ਕੋਈ ਲਮਕਾਈ ਜਾਵੇ ਕਿਸੇ ਕੰਮ ਨੂੰ? ਉਹੀ ਗੱਲ ਕਹਿ ਰਿਹਾ ਨਾ, ਦੇਖੋ ਪ੍ਰੋਵੀਜ਼ਨ ਤਾਂ ਹੈਗੀਆਂ ਨੇ, ਮੈਂ ਉਹੀ ਤਾਂ ਕਹਿ ਰਿਹਾ ਵੀ ਵਿਦਿਨ 30 ਦਿਨ ਦੇ ਅੰਦਰ ਤੁਹਾਨੂੰ ਜਵਾਬ ਨਹੀਂ ਆਉਂਦਾ ਆਰਟੀਆਈ ਦਾ, ਤੁਹਾਡੇ ਕੋਲ ਫਸਟ ਅਪੀਲ ਕਰਨ ਦੀ ਰਾਈਟ ਹੈਗਾ ਜੀ। ਮਾਣਿਕ ਨੇ ਉਸ 'ਚ ਕੀਤੀ ਫਸਟ ਅਪੀਲ, ਮੈਂ ਵੀ ਖੈਰ ਕੀਤੀ ਫਸਟ ਅਪੀਲ, ਮੈਨੂੰ ਤਾਂ ਕੋਈ ਜਵਾਬ ਦਿੱਤਾ ਨਹੀਂ ਕਿਉਂਕਿ ਮੇਰੇ ਨਾਂ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਕੀ ਹਾਲ ਇਹਨਾਂ ਦਾ ਹੁੰਦਾ। ਮਾਣਿਕ ਦੀ ਫਸਟ ਅਪੀਲ ਦੀ ਕੁਝ ਅੱਧ ਵਿਚੱਦੀ ਦੀ ਆਈ, ਫਿਰ ਉਹ ਕਮਿਸ਼ਨਰ ਕੋਲ ਗਿਆ ਜੀ। ਕਮਿਸ਼ਨਰ ਨੇ ਜ਼ਰੂਰ ਕਿਹਾ ਵੀ ਅੰਮ੍ਰਿਤਸਰ ਡੀਸੀ ਨੂੰ ਵੀ ਪੂਰੇ ਬਿੱਲ ਦੇ ਕੇ ਜਾ ਜੀ। ਉਹ ਤੋਂ ਬਾਅਦ ਮੈਂ 6 ਡਿਸਟ੍ਰਿਕਾਂ 'ਚ ਪਾਈ, 6 ਡਿਸਟ੍ਰਿਕਾਂ 'ਚ ਮੇਰੇ ਕੋਲ ਸਿਰਫ ਰੋਪੜ ਡਿਸਟ੍ਰਿਕਟ ਦੀ ਲਿਖਿਆ ਗਿਆ ਬਿੱਲ ਨਾਲ ਨੱਥੀ ਨੇ, ਬਿੱਲ ਕੋਈ ਵੀ ਨੱਥੀ ਨਹੀਂ ਸੀਗਾ। ਇੱਕ ਪਟਿਆਲਾ ਡਿਸਟ੍ਰਿਕਟ ਦੀ ਇਨਫੋਰਮੇਸ਼ਨ ਆਈ ਵੀ ਅਸੀਂ 2-2 ਲੱਖ ਰੁਪਏ 2,35,000 ਪਟਿਆਲਾ ਨੇ ਤੇ 2 ਲੱਖ ਦੇ ਕਰੀਬ ਰੋਪੜ ਵਾਲਿਆਂ ਨੇ ਖਰਚ ਕੀਤਾ, ਬੱਸਾਂ ਬੂਸਾਂ ਤੇ ਲਾਇਆ ਜੀ। ਤੇ 15 ਲੱਖ ਦੇ ਕਰੀਬ ਅੰਮ੍ਰਿਤਸਰ ਵਾਲਿਆਂ ਨੇ ਕੀਤਾ, ਉਹ ਮਾਣਿਕ ਦਿਵਸ ਤੇ ਆਇਆ ਜੀ। ਰੀਜ਼ਨ ਕੀ ਸੀਗਾ? ਕਿਉਂਕਿ ਇੱਥੇ ਭੱਜੇ ਤਾਂ ਨੇ ਕਿਉਂਕਿ ਫੜੇ ਗਏ। ਉਹੀ ਗੱਲ ਬਾਰ-ਬਾਰ ਆਉਂਦੀ, ਜਿਵੇਂ ਬਾਈ ਜੀ ਨੇ ਵੀ ਗੱਲ ਕੀਤੀ, ਜਿੱਥੇ ਸਰਕਾਰਾਂ ਫਸਦੀਆਂ ਨੇ ਜੀ, ਉੱਥੇ ਸਰਕਾਰਾਂ ਭੱਜਦੀਆਂ ਨੇ। ਕਈ ਐਸੀ ਆਰਟੀਆਈ ਦਾ ਮੇਰੇ ਕੋਲ ਗੱਥਾ ਪਿਆ ਹੈ, ਇਹ ਆਰਟੀਆਈ ਦਾ ਕੋਈ ਜਵਾਬ ਨਹੀਂ ਹੈਗਾ। ਮੈਂ ਇਸ ਚੋਂ ਮੀਡੀਆ ਦੇ ਰਿਲੇਟਡ ਵੀ ਆਰਟੀਆਈ ਪਾ ਲਈਆਂ, ਬਿਬਲੀਓਟੈਕ ਵਾਲੇ ਚੈਨਲ ਦੱਸੋ ਕਿਹੜੇ ਉਹਦਾ ਕੋਈ ਜਵਾਬ ਨਹੀਂ। ਇੱਕ ਇਹਨਾਂ ਨੇ ਡਾਇਰੈਕਟਰ ਮੀਡੀਆ ਲਾਤਿਆ ਪੰਜਾਬ 'ਚ ਤੇ ਉਹਦੇ ਬਾਰੇ ਇਨਫੋਰਮੇਸ਼ਨ ਮੰਗ ਲਈ, ਉਹ ਭਾਈ ਵੀ ਇੰਡੀਅਨ ਹੈ ਵੀ ਹੈ ਕਿ ਨਹੀਂ ਉਹ ਜੀ, ਕਿ ਉਹ ਕੈਨੇਡਾ ਦਾ ਸਿਟੀਜ਼ਨ ਹੈ ਉਹ, ਜਾਂ OCI ਕਾਰਡ ਹੋਲਡਰ ਹੈ ਵੀ ਹੈ ਨਹੀਂ। ਤੁਸੀਂ ਇੱਕ ਨੂੰ ਸਰਕਾਰੀ ਅਹੁਦੇ ਤੇ ਲਾਉਣ, ਤੁਸੀਂ ਉਹਦੀ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ। ਤੇ ਨੰਬਰ ਆਫ ਆਰਟੀਆਈ ਹੋਰ ਵੀ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਨੂੰ ਲੈ ਕੇ ਪਈਆਂ, ਜਿਵੇਂ ਖੁਲਾਸਾ ਅਸੀਂ ਤੁਹਾਡੇ ਸਾਹਮਣੇ ਕੀਤਾ ਸੀਗਾ ਵੀ ਜਿਹੜੀਆਂ ਇਹਨਾਂ ਨੇ ਮੀਡੀਆ ਐਡ ਦੇ ਰਹੇ ਨੇ। ਹਾਂ, ਉਹ ਚਰਚਾ ਚੱਲ ਰਹੀ ਹੈ 700 ਕਰੋੜ ਤੋਂ ਕਰੀਬ। ਸ਼ੁਰੂ 'ਚ ਇਹਨਾਂ ਨੇ ਦੇਖ ਲਿਆ, ਇਹਨਾਂ ਨੇ ਸੋਚਿਆ ਵੈਸੇ ਚਲੋ ਆਰਟੀ ਪਾ ਦਿਓ। ਸਾਡੀ ਸ਼ੁਰੂਆਤ ਸੀਗੀ ਉਹ, ਜਦ ਪਤਾ ਲੱਗਿਆ ਵੀ 3 ਮਹੀਨੇ 38 ਕਰੋੜ ਰੁਪਇਆ 48 ਕਰੋੜ ਰੁਪਇਆ ਖਰਚ ਤੇ ਆ, ਖੁਲਾਸੇ ਹੋਣ ਲੱਗ ਗਏ, ਮੁੱਦੇ ਮੂੰਹ ਡਿੱਗਣ ਲੱਗ ਗਏ ਤੇ ਮੁੜ ਕੇ ਹੁਣ ਮੀਡੀਆ ਐਡ ਦਾ ਕੋਈ ਜਵਾਬ ਹੀ ਨਹੀਂ ਸਾਡੇ ਕੋਲ, ਕੋਈ ਜਵਾਬ ਨਹੀਂ ਦਿੰਦੇ। ਅੱਛਾ। ਤੇ ਜਦ ਕਿ 750 ਕਰੋੜ ਦੇ ਕਰੀਬ ਇਹਨਾਂ ਨੇ ਬਜਟ ਰੱਖਿਆ ਹੈ ਮੀਡੀਆ ਦਾ। ਰੀਜ਼ਨ ਸਾਰਾ ਇਹੀ ਹੈ ਕਿ ਜਿਹੜੇ ਪਾਰਟੀ ਦੀ ਬੁਨਿਆਦ ਜੀ ਇੱਕ ਆਰਟੀ ਐਕਟਿਵਿਸਟ ਨੇ ਕੀਤੀ ਹੋਵੇ, ਜੀ ਜੀ, ਇੱਕ ਆਰਟੀਆਈ ਨੂੰ ਲੈ ਕੇ ਆਰਟੀ ਨੂੰ ਹਥਿਆਰ ਕਹਿੰਦਾ ਹੋਵੇ, ਜੀ, ਅੱਜ ਉਹ ਆਰਟੀਆਈ ਤੋਂ ਭੱਜ ਰਹੇ ਨੇ। ਇਟ ਮੀਨਸ ਇਹ ਹੈ ਕਿ ਜਦੋਂ ਸਰਕਾਰਾਂ ਆਰਟੀਆਈ ਤੋਂ ਭੱਜਦੀਆਂ ਨੇ ਤਾਂ ਇਹ ਸਮਝਿਆ ਜਾਵੇ ਕਿ ਸਰਕਾਰਾਂ ਦੱਬ ਕੇ ਕਰਪਸ਼ਨ ਕਰ ਰਹੀਆਂ ਨੇ। ਹਾਂ, ਚਲੋ ਮੈਂ ਤੁਹਾਨੂੰ ਰੋਕਣਾ ਚਾਹਾਂਗਾ। ਉਹ ਗੱਲ ਕੀਤੀ ਤੁਸੀਂ ਆਰਟੀਆਈ ਦੇ ਆਧਾਰ ਤੇ ਕੋਈ ਸਰਕਾਰ ਆਈ ਹੋਵੇ ਜਾਂ ਆਰਟੀ ਐਕਟਿਵਿਸਟ ਸੱਤਾ 'ਚ ਆਇਆ ਹੋਵੇ ਜਾਂ ਲੋਕਾਂ ਨੂੰ ਕਿਹਾ ਹੋਵੇ ਵੀ ਇਹ ਬਹੁਤ ਵੱਡੀ ਗੱਲ ਹੈ। ਤੇ ਮੈਂ ਜਾਵਾਂਗਾ ਜਸਪਾਲ ਜੀ ਕੋਲ। ਜਸਪਾਲ ਜੀ, ਤੁਹਾਡੇ ਨਾਲ ਇੱਕ ਬੜਾ ਅੱਛਾ ਵਾਕਿਆ, ਤੁਹਾਨੂੰ ਜਿਹੜੇ ਹੁਣ ਇਸ ਟਾਈਮ ਦੁਨੀਆ ਦੇ ਪਾਵਰਫੁਲ ਵਿਅਕਤੀਆਂ ਸ਼ਾਮਲ ਨੇ ਤੇ ਸਿਆਸਤ 'ਚ ਚਰਚਾ ਦਾ ਨਾਮ ਨੇ ਕੇਜਰੀਵਾਲ ਜੀ, ਉਹਨਾਂ ਨੇ ਤੁਹਾਨੂੰ ਸਨਮਾਨਿਤ ਕੀਤਾ ਸੀ ਆਰਟੀਆਈ ਪ੍ਰਤੀ, ਉਹ ਕੀ ਸੀਗਾ ਸਿਸਟਮ? ਆਰਟੀਆਈ ਰਾਹੀਂ ਬੜੇ ਚੰਗੇ ਕੰਮ ਕੀਤੇ ਜਾ ਸਕਦੇ। ਮਹਿਜ਼ ਇਹ ਨਹੀਂ ਹੈ ਕਿ ਮੇਰੇ ਪਰਸਨਲ ਦੇ ਬਾਰੇ ਮੈਂ ਜਾਂ ਆਰਟੀਆਈ ਐਕਟਿਵਿਸਟ ਦੇ ਪਰਸਨਲ ਦੇ ਬਾਰੇ 'ਚ। ਚੰਡੀਗੜ੍ਹ ਦੇ 1,30,000 ਵੋਟਰ ਦਾ ਨਾਂ ਵੋਟਰ ਲਿਸਟ ਦੇ ਵਿੱਚੋਂ ਕੱਟਿਆ ਗਿਆ ਸੀਗਾ ਜੀ। ਹਾਂ, ਠੀਕ ਹੈ। ਉਸ ਮੁੱਦੇ ਨੂੰ ਮੈਂ ਆਰਟੀਆਈ ਰਾਹੀਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਔਰ ਮਸਲਾ ਤਾਂ ਇਹ ਕਿ ਅਸੀਂ ਸਵਾਲ ਕਿੱਦਾਂ ਦੇ ਪੁੱਛਦੇ ਹਾਂ। ਉਸ ਦੇ ਵਿੱਚ ਸਵਾਲ ਸੀਗੇ ਔਰ ਸਵਾਲ ਦੇ ਵਿੱਚ 1,30,000 ਵੋਟਰ ਨੂੰ ਵੋਟਿੰਗ ਰਾਈਟ ਦਿੱਤਾ ਗਿਆ ਔਰ ਜਿਨ੍ਹਾਂ ਨੇ ਉਹ ਗਲਤੀ ਕੀਤੀ ਸੀਗੀ ਵੋਟਾਂ ਕੱਟਣ ਦੀ ਜੀ, ਹਾਰਟੋ ਨੂੰ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਸੀਗਾ। ਔਰ ਇਸ ਵਜ੍ਹਾ ਨਾਲ ਮੈਨੂੰ ਕੇਜਰੀਵਾਲ ਜੀ ਨੇ ਅਵਾਰਡ ਵੀ ਦਿੱਤਾ। ਕਿਹੜੇ ਸੰਨ 'ਚ ਕੀਤਾ? 2009 ਦੇ ਵਿੱਚ। ਔਰ ਫਿਰ ਇੱਕ ਮੌਕਾ ਐਸਾ ਵੀ ਆਇਆ, ਮੈਂ ਆਸਾਮ ਤੋਂ ਇੱਕ ਆਰਟੀਆਈ ਭਾਈ, ਮੇਰੇ ਵੀਰ ਜੀ ਕਹਿੰਦੇ ਕਿ ਇੱਥੇ ਪੰਜਾਬ ਦੇ ਵਿੱਚ ਆਰਟੀਆਈ ਦੇ ਵਿੱਚ ਦਿੱਕਤ ਆ ਰਹੀ ਹੈ। ਪੁਲਿਸ ਦੀ ਗੱਲ ਕਰ ਰਿਹਾ ਮੈਂ। ਇੱਕ ਆਰਟੀਆਈ ਐਕਟਿਵਿਸਟ ਨੇ ਆਪਣੇ ਉਹਦੇ 'ਚ ਰਿਜ਼ਿਊਮ ਦੇ ਵਿੱਚ ਕੁਝ ਆਪਣੇ ਕੇਸਾਂ ਦਾ ਜ਼ਿਕਰ ਕੀਤਾ। ਮੈਂ ਡੀਜੀਪੀ ਆਸਾਮ ਨੂੰ ਚਿੱਠੀ ਲਿਖੀ ਕਿ ਇਸ ਬਾਰੇ ਜਾਣਕਾਰੀ ਦਿਓ। ਮੈਨੂੰ 500 ਪੇਜ ਦੀ ਇਨਫੋਰਮੇਸ਼ਨ ਆ ਗਈ ਜੀ, ਘਰ ਬੈਠੇ ਹੀ ਆ ਗਈ।
ਔਰ ਨੈਕਸਟ ਮੇਰੇ ਜਿਹੜੇ ਨਿਕਤ ਨਾਲ ਇਹੀ ਸੀਗਾ ਕਿ ਆਰਟੀਆਈ ਐਕਸਪੋਜ਼ ਦੈਟ ਥਰੂ ਆਰਟੀਆਈ ਅਵਾਰਡ 2009 ਏ ਕ੍ਰਿਮੀਨਲ ਹੈਜ਼ ਬੀਨ ਗਲੋਰੀਫਾਈਡ। ਚਲੋ ਕਹਿਣ ਦਾ ਮਤਲਬ ਕਿ ਜਿੱਥੋਂ ਦੀ ਸਰਕਾਰ ਜਾਂ ਜਿੱਥੋਂ ਦੀ ਸੱਤਾ ਆਪਾਂ ਜਿਹੜੀ ਸਰਕਾਰ ਚੁਣ ਕੇ ਭੇਜਦੇ ਆ ਜਿਹੜੇ ਉਹ ਨੁਮਾਇੰਦੇ ਨੇ ਜੋ ਸਹੀ ਢੰਗ ਨਾਲ ਚਲਾਉਣ ਤਾਂ ਜਾਣਕਾਰੀ ਮਿਲ ਜਾਂਦੀ ਇਹ ਫਾਇਦੇਮੰਦ ਹੈ। ਮੈਂ ਕਹਿੰਦਾ ਕਿ ਇਸ ਤੋਂ ਮੈਂ ਤਾਂ ਦੁਬਾਰੇ ਫਿਰ ਉੱਥੇ ਹੀ ਆਵਾਂਗਾ। ਕੇਜਰੀਵਾਲ ਸਾਹਿਬ ਨੇ ਤੁਹਾਨੂੰ ਸਨਮਾਨਿਤ ਕੀਤਾ ਸੀਗਾ, ਇੱਕ ਉਹ ਆਪ ਵੀ ਆਰਟੀਆਂ ਲੈ ਕੇ ਖੁਲਾਸੇ ਕਰਦੇ ਨੇ, ਉਸ ਤੋਂ ਬਾਅਦ ਵੀ ਪਾਰਟੀ ਬਣਾਉਂਦੇ ਨੇ, ਫਿਰ ਸੱਤਾ 'ਚ ਆਉਂਦੇ ਨੇ ਤੇ ਫਿਰ ਹੁਣ ਇਸ ਟਾਈਮ ਇੱਕ ਚਰਚਾ ਚਿਹਰਾ ਬਣੇ ਹੋਏ ਨੇ ਸਿਆਸਤ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਬਦਲਣ ਦੀ ਗੱਲ ਕਰਦੇ ਨੇ। ਤੇ ਸਿੱਧੇ ਦੋਸ਼ ਲਾਏ ਨੇ ਵਾਲੀਆ ਸਾਹਿਬ ਨੇ ਕਿ ਸਰਕਾਰ ਜਦੋਂ ਸੱਤਾ 'ਚ ਆਈ ਜੇ ਦਿੰਦੀ ਨਹੀਂ ਗੀ, ਤੇ ਤੁਹਾਨੂੰ ਉਹਨਾਂ ਨੇ ਸਨਮਾਨਿਤ ਕੀਤਾ ਸੀ, ਤੁਸੀਂ ਕੀ ਕਹੋਗੇ ਤੇ ਵੀ ਹੁਣ ਜਿਹੜੀ ਜਾਣਕਾਰੀਆਂ ਨਹੀਂ ਮਿਲ ਰਹੀਆਂ ਤਾਂ ਕਿਵੇਂ? ਇਹ ਗਲਤ ਹੈ, ਜਾਣਕਾਰੀ ਮਿਲਣੀ ਚਾਹੀਦੀ ਹੈ। ਮੈਂ ਅੱਜ ਤੁਹਾਡੇ ਰਾਹੀਂ ਕੇਜਰੀਵਾਲ ਜੀ ਨੂੰ ਵੀ ਭਗਵੰਤ ਮਾਨ ਜੀ ਨੂੰ ਵੀ ਇੱਕ ਗੱਲ ਕਰਨਾ ਚਾਹੁੰਦਾ ਹਾਂ ਕਿ ਉਹ ਉਹਨਾਂ ਦਾ ਵੀਰ ਜੀ ਦਾ ਧੰਨਵਾਦ ਕਰਨ ਕਿ ਜਿਹੜੇ ਉਹਨਾਂ ਨੂੰ ਸਹੀ ਰਸਤਾ ਦੱਸ ਰਹੇ ਹੈ। ਉਹ ਇਹਨਾਂ ਨੇ ਆਪਣੇ ਰਸਤਾ ਦੱਸਦਿਆ, ਤੁਹਾਡੇ ਚੈਨਲ ਨੇ ਇੱਕ ਰਸਤਾ ਦੱਸਦਿਆ, ਇਸ ਗਲਤੀ ਨੂੰ ਸੁਧਾਰ ਦੇਣ। ਉਹਨਾਂ ਨੂੰ ਸਨਮਾਨ ਦੀ ਲੋੜ ਹੈ। ਪੰਜਾਬ ਦੇ ਵਿੱਚ ਲੋਕਾਂ ਦੇ ਵਾਸਤੇ ਜੇ ਤਰੱਕੀ ਦੇ ਰਾਸਤੇ ਖੋਲ੍ਹਣੇ ਹੈ ਤਾਂ ਆਰਟੀਆਈ ਐਕਟੀਵਿਸਟ ਦਾ ਸਹਿਯੋਗ ਲੈਣਾ ਚਾਹੀਦਾ ਹੈ। ਉਹਨਾਂ ਨੂੰ ਬਣਦੀ ਇਨਫੋਰਮੇਸ਼ਨ ਤੁਰੰਤ ਦੇਣੀ ਚਾਹੀਦੀ ਹੈ। ਬਿਲਕੁਲ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ। ਇਹ ਕੱਟੜ ਇਮਾਨਦਾਰ ਸਰਕਾਰ ਦਾ ਫਿਰ ਇਹ ਦੋਸ਼ ਲੱਗ ਰਹੇ ਨੇ, ਤੁਸੀਂ ਇਹ ਕਹੋ? ਇਹ ਮਾੜੀ ਗੱਲ ਹੈ, ਇਹ ਨਹੀਂ ਲੱਗਣਾ ਚਾਹੀਦਾ। ਉਹਨਾਂ ਨੂੰ ਸੁਧਾਰ ਕਰਨਾ ਚਾਹੀਦਾ। ਜਿੱਥੇ ਗਲਤੀ ਹੈ, ਇਟ ਮੇ ਬੀ ਪੋਸੀਬਲ ਕਿ ਕਿਸੇ ਆਫੀਸਰ ਦੀ ਗਲਤੀ ਹੋਵੇ, ਡਾਇਰੈਕਟ ਹੋ ਸਕਦਾ ਕਿ ਭਗਵੰਤ ਮਾਨ ਜੀ ਦੀ ਕੋਈ ਗਲਤੀ ਨਾ ਹੋਵੇ, ਡਾਇਰੈਕਟ ਹੋ ਸਕਦਾ ਕੇਜਰੀਵਾਲ ਜੀ ਦੀ ਗਲਤੀ ਨਾ ਹੋਵੇ। ਜਿਹੜਾ ਕੰਸਰਨਡ ਆਫੀਸਰ ਹੈ, ਇਨਫੋਰਮੇਸ਼ਨ ਦੇਣਾ ਤਾਂ ਉਹਦਾ ਕੰਮ ਹੈ। ਔਰ ਜੇ ਉਹ ਮੰਨ ਲਓ ਸਪੋਜ਼ ਗਲਤੀ ਮੰਤਰੀ ਜੀ ਦੀ ਕਰਤੀ ਔਰ ਕਿਸੇ ਨੇ ਵੀ ਗਲਤੀ ਕਰਤੀ, ਉਹਨਾਂ ਨੂੰ ਤਾਂ ਤੁਰੰਤ ਇਨਫੋਰਮੇਸ਼ਨ ਫੜਾ ਦੇਣੀ ਚਾਹੀਦੀ, ਚੱਕੋ ਜੀ। ਚਲੋ ਇਹ ਤੁਹਾਡੀ ਆਪਦੀ ਨਿੱਜੀ ਰਾਏ ਹੋਊਗੀ, ਕਾਨੂੰਨ ਵੀ ਇਹੀ ਕਹਿੰਦਾ ਹੈ, ਪਰ ਜਿਹੜਾ ਆਰਟੀਆਈ ਚਾਹੁੰਦਾ ਸੂਚਨਾ ਚਾਹੁੰਦਾ ਆਪਦੇ ਅਧਿਕਾਰ ਤਹਿਤ, ਉਹਨੂੰ ਅਦਾਲਤਾਂ ਤੱਕ ਜਾਣਾ ਪੈਂਦਾ, ਤੇ ਇਹਦੇ ਪ੍ਰਤੀ ਤੁਸੀਂ ਕੀ ਟਿੱਪਣੀ ਕਰੋਗੇ? ਮੰਦਭਾਗੀ ਗੱਲ ਹੈ। ਇਹ ਗਲਤੀ ਕਿੱਥੇ ਹੈ? ਗਲਤੀ ਇਹ ਹੈ ਕਿ ਇੰਪਲੀਮੈਂਟੇਸ਼ਨ ਇੰਪਲੀਮੈਂਟੇਸ਼ਨ ਕੀ ਨਹੀਂ ਕਰਾਉਣੀ ਹੈ? ਸਾਡੇ ਨੁਮਾਇੰਦਿਆਂ ਨੇ ਜਿਹੜੇ ਚੁਣ ਕੇ ਭੇਜਦੇ ਆ। ਨਹੀਂ, ਜਿਹੜੇ ਆਫੀਸਰ ਬੈਠੇ ਹੈ, ਨਹੀਂ ਆਫੀਸਰ ਦੀ ਤਾਂ ਸਰਕਾਰ ਕਰੇਗੀ ਨਾ ਸਰ। ਆਫੀਸਰ ਦੀ ਗੱਲ ਹੈ। ਔਰ ਉਸ ਤੋਂ ਬਾਅਦ ਆਰਟੀਆਈ ਐਕਟਿਵ ਸਰਕਾਰ ਠੀਕ ਹੈ। ਨਹੀਂ, ਸਰਕਾਰ ਵੀ ਜਿੱਥੇ ਪਤਾ ਲੱਗੇ ਉਹਨਾਂ ਨੂੰ ਸਖਤ ਕਦਮ ਉਠਾਉਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਇਸ ਮਾਮਲੇ ਤੇ ਕਦਮ ਉਠਾਉਣਾ ਚਾਹੀਦਾ, ਉਠਾਉਣਾ ਚਾਹੀਦਾ। ਮਾਮਲਾ ਇਹ ਹੈ, ਬਿਲਕੁਲ ਮਾਮਲਾ ਇਹ ਹੈ ਸਰ, ਹਾਂਜੀ ਵੀ ਹੁਣ ਐਸਐਸਪੀ ਨੂੰ ਤਲਬ ਕੀਤਾ ਗਿਆ, ਠੀਕ ਹੈ ਜੀ, ਇੱਕੋ ਆਰਟੀ ਐਕਟਿਵਿਸਟ ਥੱਲੋਂ ਖਰਚਾ ਕਰਕੇ ਪਹਿਲਾਂ ਐਪਲੀਕੇਸ਼ਨਾਂ ਪਾਉਂਦਾ, ਫਿਰ ਅਦਾਰਿਆਂ 'ਚ ਤੁਰਦਾ ਫਿਰਦਾ, ਫਿਰ ਵੇਟ ਕਰਦਾ, ਉਸ ਤੋਂ ਬਾਅਦ ਸੈਸ਼ਨ ਕੋਰਟ 'ਚ ਜਾਂਦਾ, ਉੱਥੋਂ ਹੁਕਮ ਜਾਰੀ ਹੁੰਦਾ, ਹੁਕਮ ਅਦੁੱਲੀ ਹੁੰਦੀ ਹੈ, ਫਿਰ ਉਹ ਹਾਈ ਕੋਰਟ ਜਾਂਦਾ। ਇੰਨੇ ਸਮੇਂ 'ਚੋਂ ਤਾਂ ਕਿੰਨਾ ਖਰਚਾ ਹੋ ਗਿਆ। ਹੁਣ ਐਸਐਸਪੀ ਜਾਏਗਾ ਤਾਂ ਉਹਨੂੰ ਸਰਕਾਰੀ ਵਕੀਲ ਹੋਏਗਾ, ਉਹਦੇ ਕੋਲੇ ਕੀ ਹੋਣਾ ਚਾਹੀਦਾ? ਫਿਰ ਮੈਂ ਤਾਂ ਇਹ ਕਹਿੰਦਾ ਸਭ ਤੋਂ ਪਹਿਲੇ ਸਰਕਾਰ ਨੂੰ ਕੀ ਕਰਨਾ ਚਾਹੀਦਾ? ਮੈਂ ਦੱਸ ਰਿਹਾ ਗੱਲ। ਸਭ ਤੋਂ ਪਹਿਲੇ ਤਾਂ ਜ਼ਰੂਰੀ ਹੈ ਵਿਸ਼ਲ ਬਲੋਅਰ ਹੈ ਜਿਹੜਾ ਆਵਾਜ਼ ਉਠਾਉਣ ਵਾਲਾ, ਉਹਦੀ ਸੁਰੱਖਿਆ ਦਾ ਪ੍ਰੋਪਰ ਇੰਤਜ਼ਾਮ ਹੋਣਾ ਚਾਹੀਦਾ। ਇੱਕ ਗੱਲ। ਦੂਜੀ ਗੱਲ ਹੈ ਕਿ ਜਿਸ ਨੇ ਗਲਤੀ ਕੀਤੀ ਹੈ, ਇਨਫੋਰਮੇਸ਼ਨ ਨਹੀਂ ਦਿੱਤੀ, ਉਸ ਨੂੰ ਆਪਣੀ ਜੇਬ ਤੋਂ ਖਰਚਾ ਕਰਨਾ ਚਾਹੀਦਾ। ਸਰਕਾਰ ਦਾ ਆਫਿਸ ਕੋਈ ਖਰਚਾ ਨਾ ਕਰੇ ਵਕੀਲ ਦਾ। ਜਿਹੜਾ ਕੰਪਨਸੇਸ਼ਨ ਦੇਣ ਦੇ ਵਾਸਤੇ ਵੀ ਗੱਲ ਹੈ, ਔਰ ਜੋ ਪੈਨਲਟੀ ਪੇ ਕਰਨ ਦੀ ਵੀ ਗੱਲ ਹੈ, ਉਹ ਵੀ ਪ੍ਰੋਵੀਜ਼ਨ ਇਹੀ ਹੈ ਕਿ ਉਹ ਆਪਣੀ ਜੇਬ ਤੋਂ ਪੇ ਕਰੇਗਾ। ਯਾਨੀ ਕਿ ਇਹ ਵਕੀਲ ਲੈ ਕੇ ਜਾਂਦੇ ਆਪਦੀ ਜੇਬ ਚੋਂ ਪੇ ਕਰੇ, ਇਹ ਗੱਲ ਬਣਨੀ ਚਾਹੀਦੀ। ਬਿਲਕੁਲ ਹੋਣਾ ਚਾਹੀਦਾ। ਦੇਖੋ, ਮੈਂ ਤਾਂ ਇਹ ਗੱਲ ਕਹਿੰਦਾ, ਜਿਵੇਂ ਬਾਈ ਜੀ ਨੇ ਗੱਲ ਕੀਤੀ, ਬੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਆਰਟੀਆਈ ਐਕਟਿਵਿਸਟ ਜਿਹੜਾ ਇੱਕ ਵਿਸਲ ਬਲੋਅਰ ਹੁੰਦਾ ਹੈ ਜੀ। ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਆਪਣਾ ਸੂਬਾ ਕਰਪਸ਼ਨ ਫ੍ਰੀ ਕਰਨਾ ਹੈ ਜੀ, ਉਹਦੇ ਅੱਖਾਂ ਤੇ ਕੰਨ ਜਿਹੜਾ ਇੱਕ ਆਰਟੀਆਈ ਐਕਟਿਵਿਸਟ ਹੁੰਦਾ ਹੈ ਜੀ, ਕਿਉਂਕਿ ਉਹ ਵਿਭਾਗਾਂ 'ਚ ਆਰਟੀਆਈ ਪਾ ਕੇ ਦੇਖਦਾ ਕਿਤੇ ਕੋਈ ਘਪਲਾ ਤਾਂ ਨਹੀਂ ਹੋਇਆ। ਉਹ ਨਿਗਾਹ ਰੱਖਦਾ ਹੈ ਕਿ ਸਰਕਾਰ ਦੇ ਕਿਸੇ ਸਰਕਾਰੀ ਅਫਸਰ ਨੇ, ਕਿਸੇ ਸਰਕਾਰੀ ਵਿਭਾਗ ਨੇ ਠੱਗੀ ਤਾਂ ਨਹੀਂ ਮਾਰੀ ਪੰਜਾਬ ਦੇ ਲੋਕਾਂ ਨਾਲ ਜਾਂ ਸਰਕਾਰ ਦੇ ਨਾਲ। ਤਾਂ ਉਹ ਸਰਕਾਰ ਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਸਰਕਾਰ ਨੂੰ ਉਹਦੀ ਹਰ ਇੱਕ ਗੱਲ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ ਵੀ ਤਾਂ ਕਿ ਉਹਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਪ੍ਰੋਵਾਈਡ ਹੋ ਸਕੇ। ਕਿਉਂਕਿ ਇੱਕ ਮਿਨਿਸਟਰ ਜਾਂ ਚੀਫ ਮਿਨਿਸਟਰ ਕੱਲੀ ਚੀਜ਼ ਤਾਂ ਨਿਗਾਹ ਨਹੀਂ ਰੱਖ ਸਕਦਾ ਜੀ। ਉਹਦਾ ਮੈਂ ਕਹੂੰਗਾ ਕਿ ਉਹਦੇ ਇੱਕ ਫ੍ਰੀ ਆਫ ਕਾਸਟ, ਬਿਨਾਂ ਕਿਸੇ ਸੈਲਫ ਇੰਟਰਸਟ ਤੇ ਛੱਡੇ ਹੋਏ ਨੁਮਾਇੰਦੇ ਕਹੂੰਗਾ ਆਰਟੀ ਐਕਟਿਵਿਸਟ ਨੂੰ ਇੱਕ ਨੁਮਾਇੰਦੇ ਦੀ ਤਰ੍ਹਾਂ ਮੰਨਣਾ ਚਾਹੀਦਾ। ਤੇ ਪਰ ਅਨਫੋਰਚੂਨੇਟਲੀ ਸਰਕਾਰਾਂ ਜਿਹੜੀਆਂ ਆਰਟੀਆਈ ਨੂੰ ਇਨਫੋਰਮੇਸ਼ਨ ਨਹੀਂ ਦਿੰਦੀਆਂ, ਆਰਟੀਆਈ 'ਚ ਇਨਫੋਰਮੇਸ਼ਨਾਂ ਡਿਸਓਨ ਕਰਦੀਆਂ ਨੇ, ਇਹਦਾ ਮਤਲਬ ਉਹ ਸਰਕਾਰ ਆਪਣੇ ਆਪ ਨੂੰ ਕਦੇ ਵੀ ਇਮਾਨਦਾਰ ਸਰਕਾਰ ਬਿਲਕੁਲ ਨਾ ਕਹੇ। ਉਹ ਆਪਣੇ ਆਪ ਨੂੰ ਕਰਪਟ ਸਰਕਾਰ ਉਹ ਗਿਣੀ ਜਾਏਗੀ। ਕਿਉਂਕਿ ਜਿਹੜਾ ਹੁਣ ਤੁਸੀਂ ਪਹਿਲਾਂ ਗੱਲ ਵੀ ਕੀਤੀ ਬਲੈਕਮੇਲਿੰਗ ਵਾਲੀ, ਕੋਈ ਕਹਿੰਦੇ ਬਲੈਕਮੇਲਿੰਗ ਕਰਨਾ ਚਾਹੁੰਦਾ ਜੀ।
ਹੁਣ ਕੀ ਕੋਈ ਆਰਟੀਆਈ ਕਿਸੇ ਪਰਸਨ ਦੇ ਨਾਮ ਪਾਈ ਜਾਂਦੀ ਹੈ ਕਿ ਆ ਬੰਦੇ ਨੇ ਕਿੰਨੇ ਪੈਸੇ ਦੇ ਲਏ? ਕੀ ਆਰਟੀਆਈ, ਹਾਂ ਮੈਂ ਕਹਤਾ ਮਾਈਨਿੰਗ 'ਚ ਕਿਸੇ ਨੇ ਆਰਟੀਆਈ ਪਾ ਕੇ, ਕੋਈ 4 ਮਾਈਨਿੰਗ ਵਾਲੇ ਆ ਕੇ ਕੋਈ ਇਹੋ ਜਿਹਾ ਕੰਮ ਕੋਈ 100 ਚੋਂ ਕੋਈ 4 ਹੁੰਦੇ ਵੀ ਨੇ, ਮੈਂ ਉਹਨੂੰ ਡਿਨਾਈ ਨਹੀਂ ਕਰਦਾ ਜੀ। ਪਰ ਜਿਹੜੀਆਂ ਸਾਡੀਆਂ ਕੁਝ ਇਨਫੋਰਮੇਸ਼ਨ ਹੈ ਜਿਹੜੀਆਂ ਅਦਰਵਾਈਜ਼, ਜਿਵੇਂ ਇਹਨਾਂ ਨੇ ਇਲੈਕਸ਼ਨ ਦੇ ਵੋਟਾਂ ਤੇ ਇਨਫੋਰਮੇਸ਼ਨ ਦੀ ਕੀ ਇਹਨਾਂ ਨੇ 1 ਲੱਖ ਸਮਥਿੰਗ ਬੰਦੇ 'ਚ ਦੱਸਿਆ, ਉਹਨਾਂ ਤੋਂ ਪੈਸੇ ਕਲੈਕਟ ਕੀਤੇ ਸੀਗੇ ਵੀ ਤੁਹਾਡਾ ਵੋਟਰ ਲਿਸਟ 'ਚ ਨਾਮ ਐਡ ਕਰਾ ਦੂੰਗਾ, 2 ਪੈਸੇ ਮੈਂ ਆਰਟੀਆਈ ਪਾਊਂਗਾ, ਆਪਣੇ ਪੱਲਿਓਂ ਖਰਚਾ ਉਹਨਾਂ ਨੇ ਆਪਣੀ ਜੇਬ ਤੋਂ ਪੈਸਾ ਖਰਚਾ ਕਰਕੇ ਇੱਕ ਪਬਲਿਕ ਇੰਟਰਸਟ 'ਚ ਆਰਟੀਆਈ ਫਾਈਲ ਕੀਤੀ, ਜਿਹਦਾ 1 ਲੱਖ ਸਮਥਿੰਗ ਲੋਕਾਂ ਨੂੰ ਫਾਇਦਾ ਹੋਇਆ। 1,30,000 ਪਰ ਮੈਨੂੰ ਲੱਗਦਾ, ਮੈਨੂੰ ਵੀ ਅੱਜ ਹੀ ਪਤਾ ਲੱਗਿਆ ਉਸ ਦੇ ਨਾਮ ਮਿਲੇ। ਹਾਂ, ਮੈਂ ਵੀ ਚੰਡੀਗੜ੍ਹ ਦਾ ਰਹਿਣ ਵਾਲਾ, ਮੈਨੂੰ ਵੀ ਅੱਜ ਹੀ ਪਤਾ ਲੱਗਿਆ। ਤੇ ਉਹ 1 ਲੱਖ ਸਮਥਿੰਗ ਬੰਦਿਆਂ ਚੋਂ ਪਤਾ ਨਹੀਂ ਕਿੰਨੇ 100 ਬੰਦਿਆਂ ਨੂੰ ਪਤਾ ਹੋਵੇ ਵੀ ਇਹਨਾਂ ਨੇ ਇਨਫੋਰਮੇਸ਼ਨ ਲਿਆਂਦੀ ਸੀ ਉਹ, ਪਰ ਇਹਨਾਂ ਨੇ ਵਿਦਆਊਟ ਐਨੀ ਸੈਲਫ ਇੰਟਰਸਟ ਸਾਇਲੈਂਟ ਵੇ ਨਾਲ ਆਰਟੀਆਈ ਫਾਈਲ ਕਰਕੇ ਇਹਨੇ ਲੋਕਾਂ ਨੂੰ ਫਾਇਦਾ ਕਰਾ ਦਿੱਤਾ। ਕੀ ਹੁਣ ਮੈਂ ਨਹੀਂ ਕਹਿੰਦਾ 100 ਚੋਂ 4 ਜ਼ਰੂਰ ਬਲੈਕਮੇਲਰ ਹੋਣਗੇ, ਪਰ ਜਿਹੜੀਆਂ ਸਾਡੀਆਂ ਆਰਟੀਆਂ, ਜਿਹੜੀ ਹੋਰ ਆਰਟੀਆਂ ਪੈ ਰਹੀਆਂ ਨੇ, ਇਹ ਤਾਂ ਸਰਕਾਰ ਦੇ ਕੰਮਾਂ ਤੇ ਪੈ ਰਹੀਆਂ ਨੇ, ਸਰਕਾਰ ਦੇ ਕਿੱਥੇ ਖਰਚਾ ਕਰਿਆ ਉਸ ਤੇ ਪੈ ਰਹੀਆਂ। ਕੀ ਅਸੀਂ ਸਰਕਾਰ ਨੂੰ ਬਲੈਕਮੇਲ ਕਰ ਰਹੇ ਹਾਂ, ਜਾਂ ਕੋਈ ਹੋਰ ਆਰਟੀ ਐਕਟਿਵ ਸਰਕਾਰ ਨੂੰ ਬਲੈਕਮੇਲ ਕਰ ਰਿਹਾ ਹੈ ਵੀ ਹਾਂ ਭਾਈ ਸਾਨੂੰ ਸਰਕਾਰੀ ਨੌਕਰੀ ਲਵਾ ਦਿਓ ਜਾਂ ਸਾਨੂੰ ਫਲਾਣੀ ਚੀਜ਼ ਦੇ ਦਿਓ, ਅਸੀਂ ਆਰਟੀਆਂ ਪਾਣੀਆਂ ਬੰਦ ਕਰ ਦਾਂਗੇ? ਇਹ ਬਿਲਕੁਲ ਝੂਠ ਹੈ, ਕੋਰਾ ਝੂਠ ਹੈ, ਇੱਕ ਜਿਹਨੂੰ ਐਸਕੇਪ ਰੂਟ ਲੈਣ ਦਾ ਬਹਾਨਾ ਹੈ। ਮੈਂ ਤਾਂ ਕਹੂੰਗਾ ਅਸਲ ਇਮਾਨਦਾਰ ਸਰਕਾਰ ਔਰ ਕੱਟੜ ਇਮਾਨਦਾਰ ਸਰਕਾਰ ਉਹ ਹੈ ਜਿਹੜੀ ਆਰਟੀਆਈ ਐਕਟਿਵਿਸਟ ਨੂੰ ਪ੍ਰੋਤਸਾਹਿਤ ਕਰੇ, ਆਰਟੀਆਈ ਐਕਟਿਵਿਸਟ ਦੀ ਬਾਹ ਫੜੇ, ਔਰ ਆਰਟੀਆਈ ਐਕਟਿਵਿਸਟ ਦਾ ਜਿਵੇਂ ਇਹਨਾਂ ਦਾ ਸਨਮਾਨ ਜਿਨ੍ਹਾਂ ਨੇ ਕੀਤਾ ਅੱਜ ਉਹੀ ਕਾਂਡ ਕਰ ਰਹੇ ਨੇ, ਤੇ ਉਹ ਸਰਕਾਰਾਂ ਆਰਟੀਆਈ ਐਕਟਿਵਿਸਟ ਦੀ ਬਾਹ ਫੜਨ ਔਰ ਕਹਿਣ ਤੁਸੀਂ ਵੱਧ ਤੋਂ ਵੱਧ ਆਰਟੀਆਈ ਪਾਓ ਔਰ ਦੱਸੋ ਸਾਡੀ ਸਰਕਾਰ 'ਚ ਕਮੀ ਕਿੱਥੇ ਹੈ, ਸਾਡੇ ਡਿਪਾਰਟਮੈਂਟ ਠੱਗੀ ਕਿੱਥੇ ਮਾਰ ਰਹੇ ਹੈ, ਤਾਂ ਕਿ ਅਸੀਂ ਕਰਪਸ਼ਨ ਫ੍ਰੀ ਸਟੇਟ ਬਣਾ ਸਕੀਏ। ਜੀ ਮੈਂ ਛੋਟੇ ਕੁਐਸਚਨ ਸੰਖੇਪ ਕੇ ਜਵਾਬ ਦੇਣੇ। ਤੁਸੀਂ ਕੀ ਮੰਨਦੇ ਹੋ ਜਿਹੜੀ ਹੁਣ ਸਰਕਾਰ ਹੈ ਇਹ ਜੋ ਕਹਿ ਰਹੀ ਹੈ ਕੱਟੜ ਇਮਾਨਦਾਰ ਹੈ, ਹਾਂ ਜਾਂ ਨਾ? ਦੇਖੋ, ਜੋ ਇੱਕ ਬੜਾ ਪੇਚੀਦਾ ਸਵਾਲ ਹੈ, ਚਲੋ ਅਗਲੇ ਤੇ ਆਪਾਂ ਇਹ ਤਾਂ ਜਰਨੀ ਕਿਤੇ ਨਾਲ ਹਾਂ ਨਾ ਦੇ ਕਿੰਨੀ ਇਮਾਨਦਾਰ ਹੈ ਇਹ ਵੀ ਜਰਨੀ ਕਿਤੇ ਨਾਲ ਮੌਕੇ ਦੇ ਮੁਤਾਬਕ ਜਿਹੜੇ ਰਿਜ਼ਲਟ ਹੈ ਨਾ, ਉਹ ਰਿਜ਼ਲਟ ਦੱਸ ਦੇਣਗੇ। ਹੁਣ ਜਿਹੜਾ ਮਾਮਲਾ ਹੈ ਹਾਈ ਕੋਰਟ ਤੱਕ ਜਾਣਾ ਪਿਆ, ਇਹ ਮਾੜੀ ਗੱਲ ਹੈ। ਇੱਥੇ ਦੋਸ਼ ਕਿਹਦਾ ਹੈ, ਸਰਕਾਰ ਦਾ ਜਾਂ ਆਫੀਸਰਾਂ ਦਾ? ਸਰਕਾਰ ਦਾ ਕੁਝ ਨਹੀਂ, ਸਰਕਾਰ ਦਾ ਵੀ ਹੈ। ਸਰਕਾਰ ਮੈਂ ਸਪੋਜ਼ ਕੋਈ ਵੀ ABCD ਮੁੱਖ ਮੰਤਰੀ ਜਾਂ ਕਿਸੇ ਵੀ ਪਾਰਟੀ ਦਾ ਹੈ, ਜਦੋਂ ਉਸ ਨੂੰ ਪਤਾ ਲੱਗੇ ਕਿ ਉਹਦੀ ਸਟੇਟ ਦੇ ਵਿੱਚ ਕੁਝ ਮਾੜੇ ਕੰਮ ਹੋ ਰਹੇ ਹੈ, ਉਸ ਦੇ ਕੰਨਾਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ, ਤੁਰੰਤ ਉਹਨੂੰ ਸੂ ਮੋਟੋ ਨੋਟਿਸ ਲੈਣਾ ਚਾਹੀਦਾ। ਵਿਸਲ ਬਲੋਰ ਯਾਨੀ ਇੱਕ ਫ੍ਰੀ ਦਾ ਮੁਫਤ ਕੰਮ ਕਰਨ ਵਾਲਾ ਨੁਮਾਇੰਦਾ ਮੰਨਣਾ ਚਾਹੀਦਾ ਆਰਟੀ ਐਕਟਿਵਿਸਟ ਨੂੰ। ਬਿਲਕੁਲ, ਨਾਲ ਸਨਮਾਨ ਦਾ ਹੱਕਦਾਰ ਹੈ। ਅੱਛਾ, ਜੇ ਉਹ ਐਸੇ ਸ਼ਬਦਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ, ਬਲੈਕਮੇਲਰ ਹੈ ਜੀ, ਮਿਸਯੂਜ਼ ਕਰਦਾ, ਦੁਰਪਯੋਗ ਕਰਦਾ, ਇਹਦੇ ਪ੍ਰਤੀ ਕੋਈ ਸੁਧਾਰ ਹੋਣਾ ਚਾਹੀਦਾ ਸਰਕਾਰ? ਬਿਲਕੁਲ ਹੋਣਾ ਚਾਹੀਦਾ। ਜਿਹੜੇ ਇਦਾਂ ਦੀ ਗੱਲ ਕਰਦੇ ਆ, ਨਹੀਂ ਜਿਹੜਾ ਕੋਈ ਆਫੀਸਰ ਬਲੈਕਮੇਲਰ ਸ਼ਬਦ ਦਾ ਇਸਤੇਮਾਲ ਕਰੇ, ਉਸ ਦੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਪੈਣਾ ਚਾਹੀਦਾ ਔਰ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਕਿ ਭਾਈ ਜਿੰਨੀ ਕਿ ਤੁਸੀਂ ਆਸ ਕਰਦੇ ਹੋ ਸਰਕਾਰ ਤੋਂ ਕੋਈ ਸੁਧਾਰ ਕਰੇਗੀ? ਮੈਂ ਬਿਲਕੁਲ ਉਮੀਦ ਕਰਦਾ ਕਿ ਕਰਨਾ ਚਾਹੀਦਾ ਹੈ। ਔਰ ਜੇ ਬਾਈ ਦੀ ਵੇ ਮੈਨੂੰ ਇਹ ਲੱਗਦਾ ਹੈ ਕਿ ਜੇ ਤੁਹਾਡੇ ਜਿਹੜਾ ਮਤਲਬ ਚੈਨਲ ਤੋਂ ਕੋਈ ਵੀ ਬੰਦਾ ਕੋਈ ਵੀ ਕੁਰਸੀ ਤੇ ਬੈਠਿਆ ਹੋਏਗਾ ਨਾ, ਉਹ ਤਾਂ ਡੈਫੀਨੇਟਲੀ ਪਟਾਕੇ ਵਜਾ ਦੂ। ਹਾਂ ਬਿਲਕੁਲ, ਉਹ ਇੱਕ ਜਿਹੜਾ ਉਹ ਨਾਇਕ ਫਿਲਮ ਨਹੀਂ ਸੀਗੀ ਜੀ, ਉਸੇ ਅੰਦਾਜ਼ ਵਿੱਚ ਚੱਲ ਪੈਣਾ ਜੀ ਫਿਰ ਤਾਂ। ਚਲੋ, ਹੁਣ ਤੁਸੀਂ ਕੀ ਸਮਝਦੇ ਹੋ ਵੀ ਜਿਹੜੀ ਇਹ ਬਦਲਾਅ ਦੇ ਨਾਂ ਤੇ ਸਰਕਾਰ ਆਈ ਹੈ, ਜਿਹੜੇ ਹੁਣ ਪਿਛਲੇ ਦਿਨਾਂ ਤੋਂ ਮੰਤਰੀ ਫੜੇ ਗਏ, ਹੋਰ ਫੜੇ ਗਏ, ਚਾਹੇ ਪਿਛਲੇ ਸਰਕਾਰਾਂ, ਇਹ ਇੱਕਦਮ ਤਾਂ ਨਹੀਂ ਗੱਲ ਹੋਈ ਸਾਰੀ? ਇਹ ਸਮਾਂ ਤਾਂ ਲੱਗਿਆ ਹੈ। ਇਹ ਕਿਤੇ ਨਾ ਕਿਤੇ ਉਸ ਵਕਤ ਦੇ ਆਫੀਸਰ, ਉਸ ਵਕਤ ਦੇ ਮੰਤਰੀਆਂ ਦੇ ਨਾਲ ਪੂਰੀ ਤਰ੍ਹਾਂ ਮਿਲੇ ਹੋਏ ਸੀਗੇ। ਇੱਕ ਗੱਲ ਹੋਰ ਵੀ ਸਰਕਾਰ ਤੋਂ ਸੂਚਨਾ ਮੰਗਣੀ ਪੈਂਦੀ ਹੈ, ਕੀ ਸਰਕਾਰ ਹੀ ਆਪ ਹੀ ਜਨਤਕ ਕਰਦੇ ਕਰੇ ਇੰਨੇ ਪੈਸੇ ਸੀ? ਬਿਲਕੁਲ, ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਇੱਕ ਤਰ੍ਹਾਂ ਨਾਲ ਉਹ ਖੁੱਲ੍ਹੇ ਤੌਰ ਤੇ ਓਪਨ ਹੋਣੀ ਚਾਹੀਦੀ ਇਨਫੋਰਮੇਸ਼ਨ। ਅਸੀਂ ਆਨਲਾਈਨ ਜਦੋਂ ਵੀ ਸਰਚ ਕਰੀਏ ਕਿ ਇਸ ਮਹਿਕਮੇ ਦੇ ਵਿੱਚ ਇਸ ਕੰਮ ਦਾ ਸਟੇਟਸ ਕੀ ਹੈ, ਇਸ ਦੀ ਸਪੈਸੀਫਿਕੇਸ਼ਨਸ ਕੀ ਹੈ, ਉਹ ਤੁਰੰਤ ਮਿਲਣੇ ਚਾਹੀਦੇ, ਬਿਨਾਂ ਐਪਲੀਕੇਸ਼ਨ ਤੋਂ ਮਿਲਣੇ ਚਾਹੀਦੇ। ਚਲੋ, ਹਾਂ ਵਾਲੀਆ ਸਾਹਿਬ, ਤੁਸੀਂ ਕੀ ਕਹੋਗੇ? ਕਾਨੂੰਨਨ ਤੌਰ ਤੇ ਕੀ ਹੋਰ ਇਹ 'ਚ ਸੁਧਾਰ ਹੋਣੇ ਚਾਹੀਦੇ ਆ, ਜਾਂ ਹੋਰ ਕਿਸ ਤਰ੍ਹਾਂ ਇਹਨੂੰ? ਆਰਟੀਆਈ ਜਿਹੜਾ ਐਕਟ ਹੈਗਾ ਆਟੋਮੈਟਿਕਲੀ ਉਹ ਬਹੁਤ ਵਧੀਆ ਤਰੀਕੇ ਨਾਲ ਸੁਧਾਰ ਤਰੀਕੇ ਨਾਲ ਬਣਾਇਆ ਗਿਆ ਹੈ ਜੀ। ਕੇਂਦਰ ਸਰਕਾਰ ਨੇ ਦੁਬਾਰਾ ਇੱਕ ਵਾਰੀ ਕੋਸ਼ਿਸ਼ ਕੀਤੀ 2 ਸਾਲ ਪਹਿਲਾਂ ਵੀ ਇਹਨੂੰ ਕਿਸੇ ਤਰੀਕੇ ਨਾਲ ਹੋਰ ਤੋੜ ਮਰੋੜ ਕੇ ਲਚੀਲਾ ਬਣਾ ਦਿੱਤਾ ਜਾਵੇ ਵੀ, ਤਾਂ ਕਿ ਪ੍ਰੋਪਰ ਇਨਫੋਰਮੇਸ਼ਨ ਲੋਕਾਂ ਤੱਕ ਨਾ ਪਹੁੰਚੇ, ਸਾਨੂੰ ਬਹਾਨੇ ਹੋਰ ਮਿਲ ਜਾਣ ਜੀ।
ਤੇ ਉਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਵੱਡੀ ਅੰਦੋਲਨ ਉੱਠਿਆ, ਵੱਡਾ ਰੌਲਾ ਪਿਆ, ਉਹਦੇ ਕਰਕੇ ਉਹ ਰੁਕ ਗਏ, ਨਹੀਂ ਕਰ ਸਕੇ। ਮੈਂ ਬੜੀ ਇੱਕ ਇੰਟਰਸਟਿੰਗ ਗੱਲ ਦੱਸਦਾ ਹੋਰ, ਤੁਹਾਨੂੰ ਯਾਦ ਹੋਏਗਾ ਕਿ ਫਾਈਨੈਂਸ ਮਿਨਿਸਟਰ ਸਾਡੇ ਪੰਜਾਬ ਦੇ ਬਾਰ-ਬਾਰ ਉੱਠ ਕੇ ਕਹਿੰਦੇ ਆ ਜੀ ਅਸੀਂ ਇੰਨਾ ਕਰਜ਼ਾ ਤਾਰਤਿਆ ਜੀ, ਨੋ ਡਾਊਟ 13,338 ਕਰੋੜ 7 ਮਹੀਨਿਆਂ 'ਚ ਕਰਜ਼ਾ ਜਿਹੜਾ ਹੈ ਸਰਕਾਰ ਨੇ ਲੈ ਲਿਆ। ਤੇ ਉਹ ਸਲੋਗਨ ਲਾਉਂਦਾ ਨਾ ਵੀ ਜੋ 70 ਸਾਲਾਂ 'ਚ ਨਹੀਂ 7 ਦਿਨ 'ਚ ਹੋਇਆ, ਵਾਕਈ 7 ਮਹੀਨੇ ਵਰਸਸ ਸੌਰੀ 7 ਮਹੀਨੇ ਵਰਸਸ 70, ਵਾਕਈ ਇੰਨਾ ਕਰਜ਼ਾ 7 ਮਹੀਨੇ 'ਚ 70 ਸਾਲਾਂ 'ਚ ਕਿਸੇ ਸਰਕਾਰ ਨੇ ਲਿਆ ਜਿੰਨਾ ਇਹ ਲੈ ਗਏ 7 ਮਹੀਨੇ 'ਚ। ਤੇ ਮੈਂ ਇੱਕ ਆਰਟੀ ਫਾਈਲ ਕੀਤੀ ਜੀ, ਮੈਂ ਕਿਹਾ ਜੀ 2-3 ਕੁਐਸਚਨ ਪਾਏ। ਪਹਿਲਾ ਕੁਐਸਚਨ ਤਾਂ ਇਹ ਪਾਇਆ ਕਿ ਤੁਸੀਂ ਕਰਜ਼ਾ ਕਿੰਨਾ ਲਿਆ ਜੀ, ਦੂਜਾ ਕੁਐਸਚਨ ਇਹ ਪਾਇਆ ਕਿ ਤੁਸੀਂ ਕਰਜ਼ਾ ਉਤਾਰਿਆ ਕਿੰਨਾ ਜੀ, ਤੀਸਰਾ ਕੁਐਸਚਨ ਪਾਇਆ ਵੀ 2,63,000 ਕਰੋੜ ਦਾ ਕਰਜ਼ਾ ਸੀ ਜਦੋਂ ਸਰਕਾਰ ਬਣੀ ਜੀ, ਤੇ ਹੁਣ ਉਹ ਕਿੰਨਾ ਘਟਿਆ ਤੇ ਕਿੰਨਾ ਵੱਧ ਗਿਆ ਜੀ। ਦੈਨ ਯੂ ਕਾਂਟ ਬਲੀਵ, ਮੈਨੂੰ ਤਕਰੀਬਨ 3 ਮਹੀਨੇ ਹੋ ਗਏ ਹੁਣ ਤੱਕ ਉਹ ਆਰਟੀਏ ਦਾ ਕੋਈ ਜਵਾਬ ਨਹੀਂ ਆਇਆ। ਇੱਕ ਆਰਟੀਏ ਤੁਹਾਨੂੰ ਯਾਦ ਹੈ ਮੈਂ ਪਿੱਛੇ ਖੁਲਾਸਾ ਵੀ ਕੀਤਾ ਸੀਗਾ ਵੀ ਜਿਹੜਾ ਚੇਅਰਮੈਨ ਰਾਘਵ ਚੱਡੇ ਨੂੰ ਲਾਇਆ ਜੀ ਆਰਟੀਏ ਨੂੰ ਲੈ ਕੇ, ਹਾਂ ਉਹ ਕੋਰਟ 'ਚ ਵੀ ਚੱਲ ਰਿਹਾ ਉਹ ਡਾਕੂਮੈਂਟ ਨੂੰ ਲੈ ਕੇ ਕਰ ਰਹੇ। ਮੈਂ ਉਹ ਆਰਟੀ 3 ਮਹੀਨੇ ਪਹਿਲਾਂ ਪਾਈ ਸੀ, ਮੈਨੂੰ ਲਾਸਟ ਵੀਕ ਉਹਦਾ ਜਵਾਬ ਆਇਆ 3 ਮਹੀਨੇ ਬਾਅਦ। 30 ਡੇ ਦਾ ਪ੍ਰੋਵੀਜ਼ਨ ਹੈ, 3 ਮਹੀਨੇ ਕੋਈ ਮੈਂ ਹੁਣ ਪੀਲਾ ਪੂਲਾ ਪਾਣੀ ਤਾਂ ਬੰਦ ਕਰਤੇ, ਮੈਂ ਕਿਹਾ ਕਿਹੜਾ ਇਹਨਾਂ ਨਾਲ ਮੱਥਾ ਮਾਰੂਗਾ, ਇਹਨਾਂ ਜਵਾਬ ਤਾਂ ਦੇਣੇ ਹਾਂ, ਇਸੇ ਕਰਕੇ ਹੋ ਜਾਂਦਾ ਹੈ। ਰੱਬ ਦੀ ਦਇਆ ਨਾਲ ਕੁਝ ਆਫੀਸਰ ਸੀ ਜਿਹੜੇ ਇਹਨਾਂ ਦੇ ਤੰਗ ਨੇ, ਉਹ ਸਾਡੇ ਟੱਚ 'ਚ ਹੁੰਦੇ ਨੇ, ਉਹ ਆਪੇ ਸਾਨੂੰ ਇਨਫੋਰਮੇਸ਼ਨ ਲੀਕ ਕਰ ਦਿੰਦੇ ਸੀ, ਆਪੇ ਫਿਰ ਲੱਭ ਲੁੱਭ ਲੈਂਦੇ ਸੀ ਕਿ ਕਿੱਥੇ ਕਿਆ ਕਹਾਣੀ ਕਰਨੀ ਹੈ। ਤੇ ਉਹਦਾ ਮੈਨੂੰ ਜਵਾਬ ਆਇਆ ਜੀ, ਔਰ ਜਨਾਬ ਵੀ ਹੈਰਾਨ ਹੋਣਗੇ ਇਸ ਚੀਜ਼ ਨੂੰ ਸੁਣ ਕੇ, ਔਰ ਲੋ ਥੋੜੇ ਦਰਸ਼ਕ ਵੀ। ਰਾਘਵ ਚੱਡਾ ਜੀ ਨੂੰ ਜਿਹੜੇ ਡਾਕੂਮੈਂਟ ਦੇ ਚੇਅਰਮੈਨ ਲਗਾਇਆ ਗਿਆ ਹੈ ਜੀ, ਨੌਲੇਜ ਸ਼ੇਅਰਿੰਗ ਐਗਰੀਮੈਂਟ ਜਿਹੜਾ ਮੈਨੂੰ ਆਇਆ ਆਰਟੀਆਈ 'ਚ, ਉਸ ਨੌਲੇਜ ਸ਼ੇਅਰਿੰਗ ਐਗਰੀਮੈਂਟ ਤੇ ਸਿੰਗਲ ਨਾ ਕੋਈ ਡਾਇਰੀ ਨੰਬਰ ਹੈ, ਨਾ ਕੋਈ ਇੰਡੋਰਸਮੈਂਟ ਹੈ, ਗੈਰ ਸਰਕਾਰੀ ਕਾਗਜ਼ ਤੇ ਸਰਕਾਰੀ ਅਹੁਦਾ ਸਰਕਾਰ ਨੇ ਬਣਤਿਆ ਜੀ, ਔਰ ਨਾ ਉਹਦੀ ਅੱਜ ਤੱਕ ਕੋਈ ਆਰਟੀ ਜਵਾਬ ਹੈ, ਕੋਈ ਨੋਟੀਫਿਕੇਸ਼ਨ ਹੋਈ, ਨਾ ਕੋਈ ਉਹਦੀ ਕਮੇਟੀ ਤਿਆਰ ਹੋਈ, ਸਿਰਫ ਇਕੱਲਾ ਚੇਅਰਮੈਨ ਲੱਗਿਆ ਇੱਕ ਪਾਸ। ਮਤਲਬ ਇਹ ਤਾਂ ਸਰਕਾਰ ਦੇ ਹਾਲ ਨੇ, ਯਾਨੀ ਸੂਚਨਾ ਮਿਲਦੀ ਹੈ, ਮਿਲਦੀ ਹੈ, ਅਧੂਰੀ ਮਿਲਦੀ ਹੈ। ਉਹ 'ਚ ਹੋਰ ਕੁਐਸਚਨ ਸੀਗਾ, ਉਹ ਨਹੀਂ ਦਿੱਤਾ ਜਵਾਬ, ਉਹਨਾਂ ਨੇ ਅੱਧੀ ਅਧੂਰੀ ਸੂਚਨਾ ਦਈ ਹੈ। ਦਰਸ਼ਕਾਂ ਦੇ ਸਾਹਮਣੇ ਬੜੀ ਹੀ ਸੰਜੀਦਾ ਗੱਲ, ਬੜੇ ਹੀ ਮੋਟੇ ਜਿਹੇ ਤੇ ਦੇਸੀ ਸ਼ਬਦਾਂ ਦੇ ਸਾਹਮਣੇ ਆਈ ਹੈ ਕਿ ਸੱਤਾ 'ਚ ਕੋਈ ਵੀ ਆ ਜੇ ਉਹ ਫਿਰ ਘਪਲੇ ਕਰਦਾ ਜਾਂ ਗਲਤੀਆਂ ਕਰਦਾ, ਉਹਦੀ ਜਾਣਕਾਰੀ ਦੇਣ ਤੋਂ ਕੰਨੀ ਕਤਰਾਉਂਦਾ ਹੈ। ਵਾਲੀਆ ਸਾਹਿਬ ਨੇ ਹੁਣੇ ਕਿਹਾ ਕਿ ਕੁਝ ਨਿਯੁਕਤੀਆਂ ਬਾਰੇ ਉਹਨਾਂ ਨੇ ਸਰਕਾਰ 'ਤੇ ਸਵਾਲ ਉਠਾਏ ਸੀ, ਪਹਿਲਾਂ ਤਾਂ ਉਹਦੀ ਜਾਣਕਾਰੀ ਨਹੀਂ ਦਿੱਤੀ, ਬਹੁਤਿਆਂ ਦੀ ਜਾਣਕਾਰੀ ਦਿੰਦੇ ਨੇ, ਉਹਨਾਂ ਕੋਲ ਇੱਕ ਪਲੰਦਾ ਵੀ ਪਿਆ ਜਿੰਦਾ ਨਹੀਂ ਆਇਆ। ਦੂਸਰਾ, ਜੇ ਜਾਣਕਾਰੀ ਆਉਂਦੀ ਹੈ ਤਾਂ ਉੱਥੋਂ ਪਤਾ ਲੱਗਦਾ ਕਿ ਗੈਰ ਸਰਕਾਰੀ ਕਾਗਜ਼ 'ਤੇ ਸਰਕਾਰੀ ਅਹੁਦੇ ਵੰਡੇ ਜਾ ਰਹੇ ਨੇ। ਬਹੁਤ ਵੱਡਾ ਸਵਾਲ ਖੜਾ ਹੁੰਦਾ ਗਾ, ਜਿਹੜੀ ਸਰਕਾਰ ਕਿਤੇ ਨਾ ਕਿਤੇ ਆਰਟੀਆਈ ਨਾਲ ਵੀ ਜੁੜੀ ਰਹੀ ਨੇ ਪਹਿਲਾਂ, ਫਿਰ ਬਦਲਾਅ ਦੇ ਨਾਮ 'ਤੇ ਆਈ ਹੈ, ਤੇ ਫਿਰ ਵੀ ਉੱਤੇ ਸਵਾਲ ਖੜੇ ਹੋਣ ਤਾਂ ਇਹ ਇੱਕ ਸੰਜੀਦਾ ਗੱਲ ਬਣ ਜਾਂਦੀ ਹੈ। ਫਿਰ ਆਪਾਂ ਗੱਲ ਕਰੀਏ ਜਸਪਾਲ ਜੀ ਆਰਟੀ ਐਕਟਿਵਿਸਟ, ਉਹਨਾਂ ਨੇ ਆਪਦੀ ਇੱਕ ਗੱਲ ਯਾਦ ਕੀਤੀ ਕਿ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਕਿਸੇ ਸਮੇਂ, ਇੱਕ ਬਹੁਤ ਵੱਡੀ ਗੱਲ ਲੋਕਾਂ 'ਚ ਜਨਤਕ ਕਰਨ ਦੀ, ਉਹਦੇ ਨਾਲ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਇਆ। ਤੇ ਫਿਰ ਲੱਗਦਾ ਕਿ ਸੁਧਾਰਾਂ ਦੀ ਲੋੜ ਹੈ ਜਾਂ ਸਮਝਣ ਦੀ ਲੋੜ ਹੈ, ਜਾਂ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਦੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ। ਤੇ ਜੇ ਉੱਤੇ ਸਰਕਾਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਹੀ ਪ੍ਰੈਸ਼ਰ ਪਾਉਣਗੇ, ਫਿਰ ਹੀ ਅਧਿਕਾਰੀ ਸਹੀ ਕੰਮ ਕਰਨਗੇ। ਗੱਲ ਇੱਥੇ ਨਿਬੜਦੀ ਹੈ। ਪਰ ਇੱਕ ਗੱਲ ਹੋਰ ਵੀ ਹੈ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ, ਜੇ ਕੋਈ ਅਧਿਕਾਰੀ ਇਸ ਤਰ੍ਹਾਂ ਜਾਣਕਾਰੀ ਨਹੀਂ ਦਿੰਦਾ ਪਬਲਿਕ ਨੁਮਾਇੰਦੇ ਦੀ ਜਾਂ ਪਬਲਿਕ ਵਿਸਲਬਲੋਅਰ ਦੀ, ਉਹਨੂੰ ਨਹੀਂ ਦਿੰਦਾ, ਤਾਂ ਉਹਨੂੰ ਗਾਂ ਜਿਹੜਾ ਖਰਚਾ ਕਰਨਾ ਪੈਂਦਾ ਜਾਂ ਉਹਨੂੰ ਕਾਨੂੰਨ ਤੌਰ ਤੇ ਜਵਾਬ ਦੇਣਾ ਪੈਂਦਾ, ਜਿਵੇਂ ਕਿ ਹੁਣ ਐਸਐਸਪੀ ਦਾ ਮਾਮਲਾ ਸਾਹਮਣੇ ਆ, ਤਾਂ ਉਹ ਖਰਚਾ ਆਪਦੀ ਜੇਬ 'ਚੋਂ ਕਰੇ। ਜਿਵੇਂ ਕਿ ਇੱਕ ਵਿਸਲਬਲੋਅਰ ਕੋਈ ਜਨਤਕ ਸੂਚਨਾ ਕਰਨਾ ਚਾਹੁੰਦਾ, ਸਾਰੇ ਖਰਚੇ ਆਪ ਕਰਦਾ ਤੇ ਉਹਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕਿਤੇ ਨਾ ਕਿਤੇ ਇਹ ਸਹੂਲਤਾਂ ਵੀ ਇਹ ਪਾਸੇ ਕਰਨ ਨੂੰ ਲੈ ਜਾਂਦੀਆਂ ਨੇ, ਹੱਕਾਂ ਨੂੰ ਦਰਕਨਾਰ ਕਰਨ ਲੈ ਜਾਂਦੀਆਂ ਨੇ। ਪਰ ਇਹ ਗੱਲ ਇਕੱਲਿਆਂ ਨਹੀਂ ਹੁੰਦੀ, ਇਹ ਸਾਰੀ ਮਿਲ ਕੇ ਹੁੰਦੀ ਹੈ। ਇਹ ਵਿਚਾਰਨ ਦੀ ਲੋੜ ਹੈ। ਅਸੀਂ ਇੱਕ ਮਸਲਾ ਲੋਕਾਂ ਦੇ ਸਾਹਮਣੇ, ਦਰਸ਼ਕਾਂ ਸਾਹਮਣੇ ਰੱਖਿਆ, ਉਹਨਾਂ ਨੂੰ ਸੋਚਣਾ ਚਾਹੀਦਾ ਉਹਨਾਂ ਕੋਲ ਕਿੰਨੇ ਅਧਿਕਾਰ ਨੇ ਤੇ ਕਿਵੇਂ ਲੈਣੇ ਨੇ। ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਇਹ ਗੱਲ ਪੂਰੀ ਤਰ੍ਹਾਂ ਅਮਲ 'ਚ ਨਹੀਂ ਆਉਣੀ। ਫਿਰ ਕੋਈ ਮਸਲਾ ਲੈ ਕੇ ਮਿਲਦੇ ਹਾਂ। ਲਗਾਤਾਰ ਵੇਖਦੇ ਰਹੋ ਸਕਰੋਲ ਪੰਜਾਬ।